ਨਿਸ਼ਚਾ ਸਾਡੇ ਅੰਦਰ ਜਾਂ ਦ੍ਰਿੜਤਾ ਇਹ ਬਾਕਮਾਲ ਸਮਾਂ ਤੇ ਤਿਉਹਾਰ ਲੰਘਦੇ ਜਾਂਦੇ ਆ, ਟੱਪਦੇ ਜਾਂਦੇ ਆ। ਇੰਨਾ ਪਿਆਰ ਤਾਂ ਕਰਨਾ ਹੀ ਪੈਂਦਾ ਹੁੰਦਾ। ਬਸ ਆਹੀ ਨੁਕਤਾ ਇਹੀ ਆ। ਅੱਜ ਜੇ ਸੰਘਰਸ਼ ਜਿੱਤਣਾ ਨਾ ਆਹ ਨੁਕਤਾ ਚਲਾਉਣਾ ਪਊ ਵੀ ਸਭ ਕੁਝ ਆਪੇ ਨਹੀਂ ਚੱਲਣਾ, ਮਾੜਾ ਜਿਹਾ ਫੜ ਕੇ ਰੱਖਣਾ ਪੈਣਾ। ਟੱਪਿਆ ਇੱਥੇ ਸੰਘਰਸ਼ 'ਚ, ਫਿਰ ਹੁਣ ਨਵਾਂ ਸਾਲ ਆ ਗਿਆ, ਫਿਰ ਲੋਹੜੀ ਆ ਗਈ। ਪਰ ਇਹ ਜਿਹੜਾ ਨਿਸ਼ਚਾ ਸਾਡੇ ਅੰਦਰ ਜਾਂ ਦ੍ਰਿੜਤਾ ਇਹ ਬਾਕਮਾਲ ਸਮਾਂ ਤੇ ਤਿਉਹਾਰ ਲੰਘਦੇ ਜਾਂਦੇ ਆ, ਟੱਪਦੇ ਜਾਂਦੇ ਆ। ਇੰਨਾ ਪਿਆਰ ਤਾਂ ਕਰਨਾ ਹੀ ਪੈਂਦਾ ਹੁੰਦਾ। ਬਸ ਆਹੀ ਨੁਕਤਾ ਇਹੀ ਆ। ਅੱਜ ਜੇ ਸੰਘਰਸ਼ ਜਿੱਤਣਾ ਨਾ ਆਹ ਨੁਕਤਾ ਚਲਾਉਣਾ ਪਊ ਵੀ ਸਭ ਕੁਝ ਆਪੇ ਨਹੀਂ ਚੱਲਣਾ, ਮਾੜਾ ਜਿਹਾ ਫੜ ਕੇ ਰੱਖਣਾ ਪੈਣਾ। ਇਹ ਗੱਲ ਜੇ ਆਪਾਂ ਸਮਝੀਏ, ਦੇਖੋ ਪੰਜਾਬੀਆਂ ਨੇ ਜਗਾੜ ਦਾ ਤਾਂ PhD ਕੀਤੀ ਹੋਈ ਆ, ਇੱਕ ਨਹੀਂ ਦੂਰੀ PhD ਕੀਤੀ ਆ ਪਤੰਦਰਾਂ ਨੇ। ਤੁਸੀਂ ਦੇਖੋ ਕੀ ਕਰ ਲੈਂਦੇ ਆਪਾਂ, ਕੋਈ ਦੁਨੀਆ 'ਚ ਕਰਕੇ ਦਿਖਾ ਦੇ। ਹਾਂਜੀ, ਆਪਾਂ ਜਿਹੜੀ ਗੱਲ ਕਰ ਰਹੇ ਸੀ ਨਾ, ਪਹਿਲਾਂ ਵੀ ਅਸੀਂ ਕਿਤੇ ਖੜੇ ਸੀ, ਗੱਲ ਇਹ ਕਰ ਰਹੇ ਹਾਂ। ਕੋਈ ਨਹੀਂ ਜੀ, ਇਹ ਮੋਦੀ ਨੂੰ ਫੜ ਕੇ ਰੱਖਣਾ ਪੈਂਦਾ ਹੁੰਦਾ। ਨਹੀਂ ਉਹਨੇ ਤਾਂ ਜਿਹੜਾ ਆਹ ਫੜ ਕੇ ਨਹੀਂ ਰੱਖਿਆ ਸੀ ਤਾਂ ਕਾਨੂੰਨ 'ਚ ਲੈ ਆਂਦੇ। ਜੇ ਕਿਤੇ ਪੰਥ ਨੇ ਫੜ ਕੇ ਰੱਖਿਆ ਹੁੰਦਾ ਫਿਰ ਕੋਈ ਹਿੱਲ ਜਾਂਦਾ। ਸੋ ਹੁਣ ਪੰਥ ਦੀ ਪਕੜ ਚਾਹੀਦੀ ਹੈ, ਇਹ ਜ਼ਰੂਰੀ ਹੈ। ਕਿਉਂ ਵਾਰ-ਵਾਰ ਅਸੀਂ ਗੱਲਾਂ ਕਰਦੇ ਹਾਂ, ਜੇ ਬਾਬਾ ਦੀਪ ਸਿੰਘ ਦੀਆਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀਆਂ, ਜਾਂ ਸਾਡੇ ਬਾਪੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ, ਜਾਂ ਬਾਬੇ ਨਾਨਕ ਦੀਆਂ, ਉਹ ਇਸੇ ਕਰਕੇ ਉਹ ਪਕੜ ਸੀ। ਹੁਣ ਜਦੋਂ ਪਕੜ ਢਿੱਲੀ ਹੁੰਦੀ ਆ, ਫਿਰ ਆਹ ਸਭ ਕੁਝ ਸੰਘਰਸ਼ ਮੁੜ ਕੇ ਕਰਨਾ ਪੈਂਦਾ, ਕੁਰਬਾਨੀਆਂ ਦੇਣੀਆਂ ਪੈਂਦੀਆਂ। ਤੇ ਕਈ ਵਾਰੀ ਗੱਲ ਇੱਥੇ ਵੀ ਆਉਂਦਾ ਵੀ ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਉਹ ਇਸੇ ਪਕੜ ਖਾਤਰ ਹੀ ਦਿੱਤਾ ਸੀ। ਜੇ ਕਿਤੇ ਪਕੜ ਨਹੀਂ ਰਹਿੰਦੀ ਫੇਰ ਹੀ ਜਿਹੜਾ ਜ਼ੁਲਮ ਤੇ ਜ਼ਬਰ ਆ ਕਿਤੇ ਫਿਰ ਲਗਾਮ ਤੋਂ ਬਿਨਾਂ ਫਿਰ ਉਹਦਾ ਪਤਾ ਨਹੀਂ ਕਿੱਥੇ ਜਾ ਕੇ ਰੁਕਣੀ ਆ ਗੱਲ। ਹੁਣ ਗੱਲ ਉਹੀ ਹੋਈ ਪਈ ਹੈ ਨਾ, ਇਹ ਲਗਾਮ ਹੈ ਨਹੀਂ ਕੋਈ, ਕਿੱਥੇ ਜਾ ਕੇ ਰੁਕਣੀ ਆ ਗੱਲ। ਇੱਥੇ ਤਾਂ ਰੱਬ ਦੀ ਲਗਾਮ ਵੀ ਨਹੀਂ ਮੰਨਦੇ, ਇਹਦਾ ਹੰਕਾਰੇ ਫਿਰਦੇ ਆ, ਇਹਨਾਂ 'ਚ ਨਿਰਦਈਪੁਣਾ ਇੰਨਾ। ਅੱਛਾ, ਵਾਅਦੇ ਕਰਕੇ ਮੁੱਕਰਨਾ, ਇਹਨਾਂ ਨੂੰ ਐਂ ਲੱਗਦਾ ਵੀ ਸਾਡੀ ਜਿਹੜੀ ਪੋਲਿਟਿਕਸ ਆ ਨਾ, ਉਹਦੇ ਸਾਹਮਣੇ ਸਭ ਕੁਝ ਕਿਰਦਾਰ ਕਰਤੂਤ ਕੁਛ ਮੈਨੇ ਨਹੀਂ ਰੱਖਦਾ ਇਹਨਾਂ ਲਈ। ਆਪਾਂ ਕਿਸੇ ਨਾਲ ਵਾਅਦਾ ਕਰ ਜੀਏ, ਮੁੜ ਕੇ ਯਾਰ ਜਦੋਂ ਤੱਕ ਉਸ ਗੱਲ ਤੇ ਨਾ ਉਤਰਾਂਗੇ ਬੰਦਾ ਸੌਂ ਤਾਂ ਨਹੀਂ ਸਕਦਾ। ਕੁਛ ਵੀ ਹੋ ਜੇ, ਚਾਹੇ ਸਾਨੂੰ ਕਰੀ ਜਾਣ ਵੀ ਇਹਨਾਂ ਦੇ ਕਿਰਦਾਰ ਨਹੀਂ ਰਹੇ, ਪਰ ਅੱਜ ਵੀ ਉੱਥੇ ਹੀ ਖੜੇ ਆ। ਜੇ ਕਿਰਦਾਰ ਨਾ ਹੁੰਦੇ ਤਾਂ ਅੱਜ ਇੱਥੇ ਥੋੜੀ ਹੋਣਾ ਸੀ। ਸੋ ਇਹ ਪੰਥ ਦੀ ਤਾਕਤ ਇਹ ਹੁੰਦੀ ਆ ਵੀ ਪੰਥ, ਜਦੋਂ ਕੱਲ ਅਸੀਂ ਗੱਲਾਂ ਕਰ ਰਹੇ ਸੀ ਤੇ ਸਾਡੇ ਇੱਕ ਸਦਾ ਮਨਧੀਰ ਸਿੰਘ ਆ, ਉਹਨਾਂ ਨੇ ਗੱਲ ਦੱਸੀ। ਕਹਿੰਦੇ ਜਦੋਂ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਅੰਮ੍ਰਿਤ ਛਕਾਇਆ ਨਾ, ਤੇ ਕੁਛ ਕੰਮ ਤਾਂ ਬਚ ਗਿਆ। ਜਿਹੜਾ ਬਚਿਆ, ਸਿੰਘਾਂ ਨੂੰ ਕਿਹਾ ਵੀ ਐਂ ਕਰੋ ਸਰੋਵਰ 'ਚ ਪਾਓ, ਤਾਂ ਸਿੰਘਾਂ ਨੇ ਸਰੋਵਰ 'ਚ ਪਾਤਾ, ਫਿਰ ਵੀ ਕੁਛ ਬਚ ਗਿਆ। ਤੇ ਗੁਰੂ ਸਾਹਿਬ ਕਹਿੰਦੇ ਐਂ ਕਰੋ, ਇਹਨੂੰ ਕਰੀਰਾਂ ਤੇ ਅੱਖਾਂ ਤੇ ਛੱਡ ਦਿਓ। ਤੇ ਸਿੰਘ ਕਹਿੰਦੇ ਵੀ ਪਾਤਸ਼ਾਹ ਇਹ ਕੀ ਕੌਤਕ ਆ? ਕਹਿੰਦੇ ਖਾਲਸਾ ਅੱਖਾਂ ਤੇ ਕਰੀਰਾਂ 'ਚੋਂ ਹੀ ਪੈਦਾ ਹੋਇਆ। ਤੁਸੀਂ ਇਹ ਦੇਖੋ, ਉਹ ਹੁਣ ਸਾਡੇ ਸਾਹਮਣੇ ਆ ਗਈ ਗੱਲ। ਅਸੀਂ ਅੱਖਾਂ ਤੇ ਕਰੀਰਾਂ 'ਚ ਹੀ ਸੀ। ਜਿਹੜੇ ਪੰਜਾਬ ਨੂੰ ਇਹ ਕਹਿਤਾ ਜਾਂ ਸਿੱਖ ਪੰਥ ਨੂੰ ਇਹ ਕਹਿਤਾ, ਦੇਖੋ ਸਾਡੀ ਜਿਹੜੀ ਸਪਿਰਿਟ ਕਿਹੜੀ ਨਾਲ ਲੜ ਰਹੀ ਆ, ਅਕਾਲ ਪੁਰਖ ਵਾਹਿਗੁਰੂ ਦੇ ਨਿਸ਼ਾਨ ਸਾਹਿਬ ਦੇ ਹੇਠ ਲੜ ਰਹੀ ਆ। ਬਾਕੀ ਬੜੇ ਰੰਗ ਆਏ ਵੀ ਮੰਨਦੇ ਆ, ਪਰ ਜਿਹੜਾ ਰੰਗ ਲੀਡ ਕਰ ਰਿਹਾ ਇਹ ਤਾਂ ਮੰਨਣਾ ਪਊਗਾ।
ਸੋ ਇਸੇ ਖਾਤਰ ਅਸੀਂ ਜ਼ੀਰੋ ਸੀ, ਇੱਕ ਕਾਲ ਵੀ ਦਿੱਲੀ ਜਾਣਾ। ਅੱਛਾ, ਸਾਨੂੰ ਆਪ ਨੂੰ ਨਹੀਂ ਪਤਾ ਸੀ ਵੀ ਦਿੱਲੀ ਜਾਣਾ, ਕੀ ਕਰਨਾ। ਜਿਹੜੇ ਸਾਡੇ ਜਥੇਬੰਦਕ ਢਾਂਚੇ ਆ ਜਾਂ ਜਿਹੜੇ ਸਾਡੇ ਆਗੂ ਆ, ਉਹ ਇਹ ਸੋਚੀ ਬੈਠੀ ਆ ਵੀ ਜਿੱਥੇ ਭਾਲਿਆ ਭਾਲਾਂਗੇ। ਸਰਕਾਰ ਇਹ ਸੋਚੀ ਬੈਠੀ ਆ ਵੀ ਚਲੋ ਇੱਥੇ ਆਉਣਗੇ ਤਾਂ ਆ ਬਰਾੜੀ ਵਾਲੇ ਗਰਾਊਂਡ ਜੇ ਚ ਲੈ ਜਾਗੇ ਘੇਰ ਕੇ। ਪਰ ਕੌਤਕ ਵੇਖੋ ਕੀ ਵਾਪਰਿਆ। ਉਧਰੋਂ ਸਿੰਘੂ ਘੇਰ ਲਿਆ, ਇਧਰੋਂ ਆ ਟਿਕਰੀ ਤੁਸੀਂ ਘੇਰੀ ਬੈਠੇ ਹੋ, ਉਧਰੋਂ ਗਾਜ਼ੀਆਬਾਦ ਵਾਲੇ ਉਧਰ ਬੈਠੇ ਆ, ਫਿਰ ਰਾਜਸਥਾਨ ਵਾਲੇ ਆ ਗਏ। ਸੋ ਇਹ ਜਿਹੜਾ ਕੌਤਕ ਵਾਪਰਿਆ ਨਾ, ਇਹ ਜੇ ਅਸੀਂ ਕਹੀਏ ਵੀ ਸਾਡੀਆਂ ਗਿਣਤੀਆਂ ਬੇਨਤੀਆਂ ਦੇ ਹਿਸਾਬ ਨਾਲ ਗੱਲ ਹੋਈ ਹੈ, ਇਹ ਤਾਂ ਨਹੀਂ ਹੋਈ। ਜਾਂ ਕਿਸੇ ਜਥੇਬੰਦੀ ਜਾਂ ਸਾਡੇ ਵਰਗੇ ਕਿਸੇ ਬੰਦਿਆਂ ਦੇ ਹਿਸਾਬ ਨਾਲ ਗੱਲ ਹੋਈ ਹੈ, ਨਹੀਂ ਹੋਈ। ਸੋ ਜਿਹੜਾ ਬੇਲਗਾਮ ਹੋਈ ਗੱਲ ਨੂੰ ਪਕੜ ਆ ਨਾ, ਉਹ ਪ੍ਰਮਾਤਮਾ ਨੇ ਹੀ ਪਾਈ। ਇਹ ਗੱਲ ਤਾਂ ਸਾਨੂੰ ਮੰਨਣੀ ਪਊ। ਹੁਣ ਜਿਹੜੀ ਅਗਲੀ ਗੱਲ ਅਸੀਂ ਕਰਦੇ ਹਾਂ ਵੀ ਅੱਜ ਸ਼ੁਰੂ ਕੀਤੀ ਸੀ ਜਿੱਥੋਂ ਆਪਾਂ ਗੱਲ, ਉਹ ਜੰਗ 'ਚ ਬੈਠੀ ਆ ਤੇ ਜੰਗ ਦੇ ਨੁਕਤੇ ਹੁੰਦੇ ਆ। ਠੀਕ ਆ, ਆਪਾਂ ਇੱਥੇ ਬਦਾਮ ਵੀ ਖਾਦੇ, ਇੱਥੇ ਆਪਾਂ ਗਜਰੇਲੇ ਵੀ ਖਾਈ ਜਾਂਦੇ ਆ, ਖੀਰਾਂ ਵੀ ਖਾਧੀਆਂ, ਸਭ ਕੁਝ ਕਰੀ ਜਾਂਦੇ ਆ। ਇਹ ਤਾਂ ਚੜ੍ਹਦੀ ਕਲਾ ਪ੍ਰਤੀਕ ਆ ਸਾਡਾ। ਪਰ ਇੱਥੇ ਅਸੀਂ ਜ਼ਹਿਰ ਨਹੀਂ ਖਾ ਸਕਦੇ ਹਨਾ। ਇਹ ਸਾਡੀ, ਅਸੀਂ ਤਾਂ ਗਾਮੀ ਤੇ ਵੀ ਆਨੰਦ ਸਾਹਿਬ ਪੜ੍ਹਦੇ ਆ ਤੇ ਅਸੀਂ ਖੁਸ਼ੀ ਤੇ ਵੀ ਆਨੰਦ ਸਾਹਿਬ ਪੜ੍ਹਦੇ। ਤੁਸੀਂ ਸੋਚੋ ਕਿੱਡਾ ਵੱਡਾ ਮੈਸੇਜ ਆ ਇਹ ਦੁਨੀਆ ਨੂੰ ਭਾਣਾ ਮੰਨਣ ਦਾ। ਸੋ ਪਰ ਇਹੀ ਗੱਲ ਆ ਵੀ ਅਸੀਂ ਇਸ ਪਾਸੇ ਨੂੰ ਤੁਰ ਸਕਦੇ ਵੀ ਜਿਹੜੇ ਸਾਡੇ ਬੰਦੇ ਕਹਿਣ ਵੀ ਆ ਲੋ ਜੀ ਖਾ ਲਿਆ ਜਹਿਰ ਤੇ ਤੁਰ ਕੇ। ਇਹ ਨਹੀਂ ਸਾਨੂੰ ਸਿਖਾਇਆ ਸਾਡੇ ਨਾਲ। ਸਾਨੂੰ ਤਾਂ ਚੜ੍ਹਦੀ ਕਲਾ 'ਚ ਰਹਿ ਕੇ ਲੜਨਾ ਸਿਖਾਇਆ ਤੇ ਉਹੀ ਸਾਨੂੰ ਫਿਰ ਜਜ਼ਬਾ ਦਿੰਦਾ ਅੰਦਰੋਂ, ਉਹੀ ਸਾਡੇ ਅੰਦਰ ਜੋਸ਼ ਭਰਦੀ ਹੈ। ਚੜ੍ਹਦੀ ਕਲਾ ਦਾ ਹੀ ਤਾਂ ਜੋਸ਼ ਹੈ। ਅੱਜ ਜਿਵੇਂ ਬਾਈ ਗੱਲ ਕਰ ਰਹੇ ਸੀ ਵੀ ਜਿਹੜੇ ਲੰਗਰ ਲਾਉਣੇ ਆ ਤੇ ਫਿਰ ਇੱਥੇ ਬਾਬਾ ਜੀ ਬਖਸ਼ੀਸ਼ ਬਾਈ ਵੀ ਨਾਲ ਆ ਸਾਡੇ, ਤੇ ਉਹਨਾਂ ਨੇ ਕਿਹਾ ਵੀ ਦੇਖੋ ਆਪਣੇ ਸਿੱਖ ਜਿਹੜੀ ਸੰਗਤ ਆ ਜਾਂ ਕਿਸਾਨ ਅੱਜ ਬਹੁਤ ਕਰਜ਼ਿਆਂ 'ਚ, ਆਪਾਂ ਗੱਲਾਂ ਹੀ ਕਰ ਰਹੇ ਹਾਂ, ਕੋਈ ਇਹ ਐਸਾ ਲੈਕਚਰ ਨਹੀਂ ਹੈ। ਲੈਕਚਰ ਮੈਂ ਜਿੱਦਾਂ ਦਾ ਸਟੇਜ ਤੋਂ ਪਾਸੇ ਜੇ ਕੀਤਾ ਮੈਂ ਭੁੱਲ ਹੀ ਗਿਆ। ਹੁਣ ਤਾਂ ਗੱਲਾਂ ਜੀਆਂ ਯਾਦ ਆ ਰਹਿ ਗਈਆਂ, ਹੁਣ ਇਹੀ ਕਰ ਲੈਂਦੇ ਆ। ਸੋ ਗੱਲ ਇਹ ਆ ਵੀ ਅਸੀਂ ਗੱਲ ਕਰ ਰਹੇ ਸੀ, ਉਹ ਕਹਿੰਦੇ ਵੀ ਜਿੰਨੀ ਆਪਣੀ ਕਮਿਊਨਿਟੀ ਕੋਲੇ ਪੈਸਾ, ਜੇ ਕਿਤੇ ਅਸੀਂ ਆਪਦੇ ਕਿਸਾਨਾਂ ਦਾ ਕਰਜ਼ਾ ਲਾਉਣ ਤੇ ਲਾ ਦਈਏ ਤਾਂ ਬੜੀ ਹੈਲਪ ਹੋ ਸਕਦੀ ਹੈ, ਕਿਉਂਕਿ ਕਰਜ਼ੇ ਨੇ ਬੜੇ ਦੱਬਿਆ ਸੀ। ਅੱਛਾ, ਸਾਡੀ ਅੱਜ ਮੰਗ ਵੀ ਹੋਣੀ ਚਾਹੀਦੀ ਸਰਕਾਰਾਂ ਤੋਂ, ਜਦੋਂ ਹੁਣ ਉਹਨਾਂ ਦਾ ਆਪਾਂ ਧੌਣ ਤੇ ਗੋਡਾ ਰੱਖੀ ਬੈਠੇ ਆ ਵੀ ਕਰਜ਼ਾ ਕਰੋ ਮਾਫ ਕਿਸਾਨਾਂ ਦਾ ਹਨਾ। ਫਿਰ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ ਗੱਲ, ਕਿਉਂਕਿ ਕਰਜ਼ੇ ਨੇ ਬਹੁਤ ਕੁਝ ਤਰਸਮਾਨੀ ਜ਼ਿੰਦਗੀ ਦੀ ਬਦਲ ਦਿੰਦਾ ਕਰਜ਼ਾ। ਜਦੋਂ 10-15 ਲੱਖ ਰੁਪਏ 20 ਲੱਖ ਦੀ ਲਿਮਟ ਹੋਵੇ ਨਾ ਉੱਤੇ, ਉਦੋਂ ਪਰਿਵਾਰ ਦੀ ਪੂਰੀ ਤਰਸਮਾਨੀ ਜ਼ਿੰਦਗੀ ਦੀ ਬਦਲ ਜਾਂਦੀ ਹੈ। ਆ ਚਿੱਟੀਆਂ ਹੀ ਵਹਿੰਦੇ ਹੀ ਹੋ ਜਾਂਦੀਆਂ ਦਾੜੀਆਂ। ਅੱਜ ਜਿਵੇਂ ਸੇਖੋਂ ਬਾਈ ਕਹਿ ਰਿਹਾ ਸੀ, ਕਹਿੰਦਾ ਚਿੱਟੀ ਇਸੇ ਕੰਮ 'ਚ ਹੀ ਹੋਈ ਹੈ। ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀ ਤੇ ਪਰ ਬਾਈ ਸੇਖੋਂ ਨੇ ਗੱਲ ਕਹੀ, ਕਹਿੰਦਾ ਇਹ ਲੰਗਰ ਨਾ ਬੜਾ ਲੰਬਾ ਚੌੜਾ ਕੰਮ ਨਹੀਂ ਹੁੰਦਾ, ਇਹ ਤਾਂ 20 ਰੁਪਈਆਂ 'ਚ ਹੀ ਲੱਗ ਜਾਂਦਾ। ਉਹ ਵਾਕਈ 20 ਰੁਪਈਆਂ 'ਚ ਲੱਗ ਜਾਂਦਾ। ਪਰ ਜਿਹੜੀ ਕਰਜ਼ੇ ਲਾਉਣ ਵਾਲੀ ਗੱਲ ਹੈ ਨਾ, ਜਦੋਂ ਤੱਕ ਸਰਕਾਰਾਂ ਹਾਮੀਆਂ ਨਾ ਭਰਨ ਉਦੋਂ ਤੱਕ ਇਹ ਗੱਲ ਹੋ ਨਹੀਂ ਸਕਦੀ। ਔਰ ਵਾਕਈ ਸੱਚੀ ਗੱਲ ਹੈ, ਕਿਉਂਕਿ ਸਰਕਾਰਾਂ ਨੇ ਹੀ ਕਰਜ਼ੇ ਚੜਾਏ ਆ ਸਾਡੇ। ਸਰਕਾਰਾਂ ਦੀਆਂ ਪਾਲਿਸੀਆਂ ਨਾਲ ਹੀ ਕਰਜ਼ੇ ਚੜੇ ਆ, ਅਦਰਵਾਈਜ਼ ਆਪਣੇ ਤੇ ਕਰਜ਼ੇ ਨਹੀਂ ਚੜ੍ਹਦੇ ਸੀ। ਇੱਥੋਂ ਤੱਕ ਸਮਝ ਹੀ ਨਹੀਂ ਹੁੰਦੀ ਕਿਸੇ ਦੀ। ਜੇ ਸਰਕਾਰਾਂ ਦੀਆਂ ਪਾਲਿਸੀਆਂ ਨਾਲ ਸਾਡੇ ਤੇ ਕਰਜ਼ੇ ਚੜੇ ਆ ਤੇ ਅੱਜ ਸਰਕਾਰ ਦਾ ਹੀ ਫਰਜ਼ ਬਣਦਾ, ਜੇ ਲੋਕ ਪੱਖੀ ਹੋਵੇ ਸਰਕਾਰ ਦਾ ਹੀ ਫਰਜ਼ ਬਣਦਾ ਵੀ ਸਾਡੇ ਨਾਲ ਕਰਜ਼ਿਆਂ ਦੀ ਗੱਲ ਬਲਕਿ ਆਪੇ ਕਰਨੀ ਚਾਹੀਦੀ ਹੈ। ਜੇ ਅੱਜ ਖੁਦਕੁਸ਼ੀਆਂ ਹੁੰਦੀਆਂ, ਉਹ ਕੱਲਾ ਇਹ ਨਹੀਂ ਉਹਦਾ ਵੀ ਕਿਸਾਨੀ ਸੰਘਰਸ਼ ਕੱਲਾ ਪੈਦਾ ਹੋ ਗਿਆ ਤੇ ਖੁਦਕੁਸ਼ੀਆਂ ਹੋਣ ਲੱਗੀਆਂ, ਨਹੀਂ। ਪਿੱਛੇ ਇੱਕ ਬਹੁਤ ਵੱਡੀ ਜ਼ਿੰਦਗੀ ਪਈ ਹੁੰਦੀ ਹੈ ਤੇ ਦਰਦਨਾਕ ਜ਼ਿੰਦਗੀ ਪਈ ਹੁੰਦੀ ਹੈ। ਅਗਲਾ ਉਹ ਦਰਦ ਕਿਉਂ ਨਹੀਂ ਨਿਕਲ ਰਿਹਾ ਹੁੰਦਾ, ਇੱਕ ਫਿਰ ਕੋਈ ਬੜਾ ਵੱਡਾ ਮਕਸਦ ਮਿਲ ਜਾਂਦਾ ਤੇ ਬਸ ਇਸੇ ਕਰਕੇ ਜਾਂ ਤਾਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਲਈ ਜਾਂ ਕੋਈ ਮਕਸਦ, ਅੱਜ ਮਕਸਦ ਮਿਲ ਗਿਆ ਵੀ ਕਿਸਾਨਾਂ ਦਾ ਦੁੱਖ ਨਹੀਂ ਦੇਖਿਆ। ਪਰ ਇਹ ਕੰਮ ਨਹੀਂ ਆਪਾਂ ਕਰ ਸਕਦੇ, ਆਪਾਂ ਨੂੰ ਚੜ੍ਹਦੀ ਕਲਾ 'ਚ ਹੀ ਰਹਿਣਾ ਪਊਗਾ। ਹੁਣ ਵਾਪਸ ਹੋਣੇ ਆ ਜੰਗ ਤੇ, ਅਸੀਂ ਇਹ ਜੰਗ 'ਚ ਬੈਠੇ ਆ ਨਾ, ਤਾਂ ਇਹ ਨੁਕਤੇ ਇੱਥੇ ਸਾਨੂੰ ਤਿਆਰ ਰਹਿਣਾ ਪਊਗਾ। ਤਿਆਰ ਦੇ ਨਾਲ ਜਾਬਤੇ 'ਚ ਰਹਿਣਾ ਪਊਗਾ, ਕਿਉਂਕਿ ਤੁਸੀਂ ਦੇਖੋ
ਜਿਹੜਾ ਜਾਬਤਾ ਕਿਸੇ ਜਥੇਬੰਦੀ ਨੇ, ਕਿਸੇ ਸ਼ਖਸੀਅਤ ਨੇ ਜਾਂ ਮੇਰੇ ਵਰਗੇ ਕਿਸੇ ਬੰਦੇ ਨੇ ਨਹੀਂ ਬਣਾਇਆ। ਅਸੀਂ ਸੋਚਿਆ ਵੀ ਨਹੀਂ ਸੀ ਵੀ ਆਹ ਜਾਬਤਾ ਅਸੀਂ 50 ਦਿਨ ਹੋ ਗਏ ਇੱਥੇ ਬਣਾ ਕੇ ਰੱਖਾਂਗੇ। ਇਹ ਤਾਂ ਆਪੇ ਹੀ ਹੋਈ ਹੈ ਨਾ, ਕੁਦਰਤੀ ਗੱਲ। ਸੋ ਕੁਦਰਤੀ ਗੱਲ ਜਦੋਂ ਵਾਪਰਦੀ ਆ ਤਾਂ ਕੁਦਰਤ ਦੇ ਅਧੀਨ ਰਹਿ ਕੇ ਗੱਲ ਵਾਪਰ ਰਹੀ ਹੁੰਦੀ ਆ। ਉਹਦੇ 'ਚ ਕੋਈ ਨਾ ਕੋਈ ਵੱਡਾ ਮੈਸੇਜ ਹੁੰਦਾ, ਕੋਈ ਵੀ ਗੱਲ ਆਈ ਨਹੀਂ ਹੁੰਦੀ ਵੀ ਉਹਦੇ 'ਚ ਕੋਈ ਉਹ ਕਿਤੇ ਜੁੜੀ ਨਾ ਹੋਵੇ। ਇਹ ਜੇ ਕੁਦਰਤ ਨਾਲ ਕਿਤੇ ਜੁੜੀ ਹੈ ਇਹਦੀ ਤਾਰ, ਤੇ ਉਹਦੇ 'ਚ ਬਹੁਤ ਵੱਡਾ ਮੈਸੇਜ ਇਹ ਆ ਵੀ ਇਹ ਜਾਬਤੇ 'ਚ ਰਹਿ ਕੇ ਹੀ ਸਾਨੂੰ ਸੰਘਰਸ਼ ਲੜਨਾ ਚਾਹੀਦਾ। ਅਸੀਂ ਨਾ ਜਾਬਤਾ ਤੋੜੀਏ। ਜੇ ਅਗਲੇ ਸਾਡਾ ਦੁਸ਼ਮਣ ਅੱਜ ਸਰਕਾਰ ਆ, ਜੇ ਤੋੜ ਦੇਣ ਫਿਰ ਵੇਖਾਂਗੇ। ਕਦੇ ਸਿੱਖਾਂ ਨੇ ਪਹਿਲਾਂ ਨਹੀਂ ਹਥਿਆਰ ਚੱਕਿਆ। ਸਿੱਖ ਨੇ ਹਥਿਆਰ ਇੱਕ ਵਾਰ, ਦੋ ਵਾਰ, ਤਿੰਨ ਵਾਰ, ਚੌਥਾ ਵਾਰ ਕਰਦਾ ਮੁੜ ਕੇ ਸਿੱਖ। ਫਿਰ ਜਿਹੜਾ ਵਾਰ ਹੁੰਦਾ ਉੱਥੇ ਫਿਰ ਉਹ ਖਾਲੀ ਵੀ ਨਹੀਂ ਜਾਂਦਾ। ਸੋ ਇਸ ਕਰਕੇ ਪਹਿਲਾ ਹਥਿਆਰ ਸਿੱਖ ਨਹੀਂ ਚੱਕਦੇ, ਜਾਂ ਪਹਿਲਾ ਹਥਿਆਰ ਆਪਾਂ ਕਹਿ ਦਈਏ ਬਾਕੀ ਕੋਈ ਸਿੱਖ ਨਾ ਵੀ ਹੋਵੇ, ਸਾਡੇ ਲਈ ਸਿੱਖ ਕੋਈ ਧਰਮ ਨਹੀਂ ਆ। ਸਾਡੇ ਲਈ ਪੰਜਾਬ ਦੀ ਜਿਹੜੀ ਇੱਕ ਰੂਹ ਆ ਤੇ ਇੱਕ ਜਿਹੜੀ ਸਪਿਰਿਟ ਆ ਇੱਥੇ, ਉਹ ਆ ਸਿੱਖ, ਉਹੀ ਲੜ ਰਹੇ ਆ ਨਾ ਆਪਾਂ। ਸੋ ਇਸ ਕਰਕੇ ਤੁਸੀਂ ਆਪਦੇ ਆਪ ਨੂੰ ਵੱਖਰਾ ਨਾ ਮਹਿਸੂਸ ਕਰਿਓ ਜਦੋਂ ਆਪਾਂ ਕਦੇ ਸਿੱਖੀ ਦੀ ਗੱਲ ਕਰਦੇ ਆ। ਸਾਡੇ ਹਿੰਦੂ ਵੀ ਉਨੇ ਹੀ ਆ, ਕੱਲ ਨੂੰ ਉਹਨਾਂ ਤੇ ਕੋਈ ਭੀੜ ਪਈ ਆਈ ਖੜੇ ਹੋ ਜਾਣਗੇ। ਸਾਨੂੰ ਤਾਂ ਸਿਖਾਇਆ ਹੀ ਇਹ ਗਿਆ। ਇੱਕ ਪਾਸੇ ਗੁਰੂ ਨਾਨਕ ਸਾਹਿਬ ਜਨੇਊ ਤਿਆਗਦੇ ਆ, ਦੂਜੇ ਪਾਸੇ 9ਵੇਂ ਪਾਤਸ਼ਾਹ ਜਨੇਊ ਲਈ ਸ਼ਹਾਦਤ ਦੇ ਦਿੰਦੇ ਆ। ਸਾਨੂੰ ਸਿਖਾਇਆ ਹੀ ਇਹ ਗਿਆ ਵੀ ਜਿੱਥੇ ਕਿਤੇ ਜ਼ਬਰ ਤੇ ਜ਼ੁਲਮ ਹੋ ਰਿਹਾ ਹੋਵੇ, ਜਾਬਰ ਦੀ ਭਖਿਆ ਤੇ ਗਰੀਬਾਂ ਦੀ ਰੱਖਿਆ, ਇਹ ਪੰਥ। ਭਾਈ ਜੀ ਇੱਕ ਹਰਿਆਣੇ ਬਾਰੇ ਵੀ ਬੋਲਦੇ ਆਉਣੇ ਆ, ਹਰਿਆਣੇ ਤੇ ਵੀ ਆਉਣੇ ਆ। ਹਾਏ ਤੁਰੇ ਆ ਪੰਜਾਬੋਂ ਤਾਂ ਟਾਈਮ ਤਾਂ ਲੱਗਦਾ ਥੋੜਾ ਜਿਹਾ ਤੁਹਾਡੇ ਲਈ ਪਹੁੰਚਣ। ਤੁਸੀਂ ਮੈਂ ਦੇਖਿਆ ਅੱਜ ਜਦੋਂ ਗਜਰੇਲਾ ਬਣਿਆ ਹੁੰਦਾ ਉੱਥੇ ਜ਼ਰੂਰ ਹੁੰਦੇ ਹੋ। ਤੇ ਜਿੱਥੇ ਅਸੀਂ ਕਹਿੰਦੇ ਆ ਪਾਣੀ ਦੀ ਗੱਲ ਕਰੋ, ਉੱਥੇ ਕਹਿੰਦੇ ਨਹੀਂ SYL ਤਾਂ ਲੰਘਣੀ ਚਾਹੀਦੀ ਹੈ, ਹਨਾ। ਸਕੀਮੀ ਹੋ ਤੁਸੀਂ। ਨਹੀਂ ਪਰ ਹੁਣ ਤੁਹਾਡੇ ਨਾਲ ਅਸੀਂ ਸਕੀਮਾਂ ਬਾਹਲੀਆਂ ਲਾਉਣੀਆਂ, ਇਹ ਵੀ ਦੱਸੀਏ ਤੁਹਾਨੂੰ। ਬਈ ਆਏ ਆ ਵੀ ਪੰਜਾਬ ਦੀ ਇੱਕ ਨੁਕਤਾ ਸਮਝ ਲਓ। ਜਦੋਂ ਪੰਜਾਬ ਨੂੰ ਤੁਸੀਂ ਇਹ ਕਹੋਗੇ ਵੀ ਇਹ ਤਾਂ ਲੰਘਣੀ ਚਾਹੀਦੀ ਆ, ਪੰਜਾਬ ਵਾਲੇ ਕਹਿਣਗੇ ਫਿਰ ਲੰਘ ਕੱਢ ਕੇ ਦਿਖਾਓ। ਇਹ ਤਾਂ ਤੁਹਾਡੇ ਭਰਾ ਹੀ ਆ ਨਾ। ਜੇ ਤੁਸੀਂ ਕਹੋਗੇ ਇੱਕ ਮਿੰਟ ਸੁਣ ਲਓ, ਉਹ ਸੁਣ ਤਾਂ ਲਓ, ਹਰਿਆਣੇ ਦੇ ਪੱਖ 'ਚ ਹੀ ਆਉਣੇ ਆ। ਪਹਿਲਾਂ ਆਪਦਾ ਵੀ ਧਿਰ ਪੱਕੀ ਕਰਨੀ ਪੈਂਦੀ ਆ। ਸੋ ਜੇ ਤੁਸੀਂ ਕਹੋਗੇ ਵੀ ਨਹੀਂ ਯਾਰ ਪਾਣੀ ਤਾਂ ਤੁਹਾਡਾ ਹੀ ਆ, ਸਾਡੇ ਵਾਲੇ ਕਹਿੰਦੇ ਭਾਈ ਸਾਰਾ ਹੀ ਲੈ ਜਾ, ਹਨਾ। ਬਸ ਆਹੀ ਨੁਕਤਾ, ਹੋਰ ਕੁਝ ਨਹੀਂ। ਜੇ ਸਾਨੂੰ ਕਿਤੇ ਉੱਤੇ ਇਹਨਾਂ ਨੇ ਕਿਹਾ ਹੁੰਦਾ ਵੀ ਦਿੱਲੀ ਨਾ ਜਾਓ, ਅਸੀਂ ਦਿੱਲੀ ਫੇਰ ਨਹੀਂ ਆਉਂਦੇ ਸੀ। ਜਦੋਂ ਚੈਲੰਜ ਦੇਤਾ ਨਾ ਵੀ ਦਿੱਲੀ ਵੜ ਕੇ ਦਿਖਾਇਓ, ਦੇਖੋ ਫਿਰ ਕੀ ਵਾਪਰਦਾ। ਇਹ ਨੁਕਤਾ ਪੰਜਾਬ ਦਾ। ਹੁਣ ਤੁਸੀਂ ਭਰਾ ਹੀ ਹੋ ਸਾਡੇ, ਬਾਲੀ ਦੂਰ ਤਾਂ ਨਹੀਂ ਹੋ, ਅੱਜ ਕਿਉਂ ਬੈਠੇ ਹੋ। ਸੋ ਹਰਿਆਣਾ ਜਿਵੇਂ ਸਾਨੂੰ ਵੰਡਿਆ ਗਿਆ ਨਾ, ਇਸ ਸੰਘਰਸ਼ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੋਈ ਆ, ਸਭ ਤੋਂ ਖੂਬਸੂਰਤ, ਹੋਰ ਬੜੀਆਂ ਖੂਬਸੂਰਤ ਗੱਲਾਂ ਹੋਈਆਂ, ਪਰ ਜਿਹੜੀ ਸਾਡੀ ਵੰਡ ਸੀ ਨਾ ਉਹ ਮੈਲਟ ਹੋ ਗਈ, ਉਹ ਖਤਮ ਹੋ ਗਈ। ਅੱਜ ਹਰਿਆਣਾ ਪੰਜਾਬ ਇੱਕ ਹੀ ਆ, ਅੱਜ ਕੋਈ ਵੱਖਰਾ ਥੋੜੀ ਰਹਿ ਗਿਆ। ਇਹ ਗੱਲ ਤੁਸੀਂ ਮੰਨਦੇ ਹੋ ਕਿ ਨਹੀਂ ਮੰਨਦੇ? ਅਦਰਵਾਈਜ਼ ਹਰਿਆਣੇ ਪੰਜਾਬ ਦੀ ਜੋ ਵੰਡ ਕਰਤੀ ਸੀ ਸਾਡੇ ਮਨਾਂ 'ਚ, ਜਿਵੇਂ ਇੰਡੀਆ ਪਾਕਿਸਤਾਨ ਹੁੰਦਾ ਆਏ ਭਾਰਤਾਂ ਸੀ, ਇੱਕੋ ਹੀ ਗੱਲ ਤੇ ਵੀ ਪਾਣੀਆਂ ਦੀ ਵੰਡ ਤੋਂ ਲੈ ਕੇ ਜਾਂ ਹੋਰ। ਨਾ ਤਾਂ ਪੰਜਾਬ ਵਾਲੇ ਕਹਿੰਦੇ ਆ ਵੀ ਸਾਨੂੰ ਸਾਰਾ ਪਾਣੀ ਦਿਓ, ਨਾ ਹਰਿਆਣੇ ਵਾਲੇ ਕਹਿੰਦੇ ਆ ਵੀ ਸਾਰਾ ਹੀ ਪਾਣੀ ਸਾਨੂੰ ਦਿਓ। ਦੇਖੋ ਜਦੋਂ ਬੈਠ ਕੇ ਗੱਲਾਂ ਕਰਾਂਗੇ ਤਾਂ ਗੱਲਾਂ ਹਰ ਸਮਝਦਾ ਬੰਦਾ। ਜਦੋਂ ਸਮਝਦੇ ਆ ਤੇ ਉੱਥੇ ਵੰਡ ਕੌਣ ਪਾਉਂਦਾ? ਫਿਰ ਜਿਨ੍ਹਾਂ ਨੇ ਆਪਦੀਆਂ ਸਿਆਸਤਾਂ ਸਿਰਜਣੀਆਂ ਹੋਣ, ਜਿਨ੍ਹਾਂ ਨੇ ਆਪਦੀਆਂ ਵੋਟਾਂ ਪੱਕੀਆਂ ਕਰਨੀਆਂ ਹੋਣ। ਵੋਟਾਂ ਦੇ ਸਿਲਸਿਲਾ ਹੀ ਇਹ ਹੈ ਸਾਲਾ। ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਯਾਰ ਚੋਣ ਨਹੀਂ ਲੜਨੀ। ਕਿਉਂ? ਕਿਉਂਕਿ ਜਿੰਨਾ ਬੰਦਾ ਹਰਾਮੀ ਹੋਊਗਾ, ਜਿੰਨਾ ਬੰਦਾ ਵਰਗਲਾ ਸਕਦਾ ਹੋਊਗਾ, ਉਹ ਬੰਦਾ ਸਿਆਸਤ 'ਚ ਜ਼ਿਆਦਾ ਮੰਨ ਲਓ ਵੀ ਕਾਮਯਾਬ। ਸਿਆਸਤ ਕੰਮ ਹੀ ਵਰਗਲਾਉਣ ਦਾ। ਤੇ ਜੇ ਤੁਸੀਂ ਵੜ ਗਏ ਇੱਥੇ, ਮੁੜ ਕੇ ਤੁਹਾਡੀ ਰੂਹ ਵਾਲੀ ਗੱਲ ਨਹੀਂ ਰਹਿ ਜਾਂਦੀ। ਫਿਰ ਗੱਲ ਜਿਹੜੀ ਵਾਪਰਦੀ ਆ ਉਹ ਫਿਰ ਦਿਮਾਗ ਤੋਂ ਤੁਰਦੀ ਆ ਕਿ ਵੀ ਅੱਜ ਕਿਹੜੀ ਸਟੇਟਮੈਂਟ ਦੇਣੀ ਆ, ਕਹਿਣਾ ਕੀ ਆ, ਕਿੰਨਾ ਕੁ ਤੋਲਣਾ, ਕਿਹੜੇ ਵਰਗ ਨੂੰ ਕਹਿਣਾ। ਨਹੀਂ, ਇਹ
ਇੱਥੇ ਹਿੰਦੂ ਵੀ ਬੈਠੇ ਹੋਣੇ ਆ, ਇੱਥੇ ਆਪਾਂ ਦਿਲੋਂ ਬੋਲਦੇ ਆ ਹਨਾ, ਦਿਲੋਂ ਬੋਲਦੇ ਆ। ਜਿਹੜੀ ਸੋਵਰਨਟੀ ਸਾਡੇ ਅੰਦਰ, ਜਿਹੜਾ ਮਤਲਬ ਇੱਕ ਅਕਾਲ ਪੁਰਖ ਨੇ ਸਾਜਿਆ ਇਨਸਾਨ ਨਾ, ਉਹਦੇ ਤੇ ਕੋਈ ਰੋਕ ਨਹੀਂ, ਉਹਦੀ ਸੋਚ ਤੇ ਕੋਈ ਰੋਕ ਨਹੀਂ। ਹਾਂ, ਉੱਥੇ ਰੋਕ ਜ਼ਰੂਰ ਆ ਜਿੱਥੇ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਨ ਤੇ ਆ ਜਾਓ, ਜਿੱਥੇ ਤੁਸੀਂ ਕਿਸੇ ਦੇ ਮਨ ਤੇ ਅਸਰ ਇਹੋ ਜਿਹਾ ਪਾਓ ਵੀ ਅਗਲੇ ਨੂੰ ਦੁੱਖ ਹੋਵੇ। ਇਹ ਰੋਕ ਤਾਂ ਇੱਕ ਨੈਤਿਕਤਾ ਦੀ ਹੋਗੀ ਨਾ। ਪਰ ਕਦੇ ਅਕਾਲ ਪੁਰਖ ਨੇ ਤੁਹਾਨੂੰ ਸੋਵਰਨ ਬਣਾਇਆ, ਮਤਲਬ ਤੁਹਾਨੂੰ ਆਜ਼ਾਦ ਬਣਾਇਆ, ਉਹਨੇ ਕਿਸੇ ਸੋਚ ਜਾਂ ਵਿਚਾਰਧਾਰਾ ਦੇ ਗਲਬੇ ਹੇਠ ਨਹੀਂ ਤੁਹਾਨੂੰ ਰੱਖਿਆ। ਤੇ ਇਹੀ ਇਸੇ ਚੀਜ਼ ਨੂੰ ਜੇ ਸਾਡੇ ਰਹਿਬਰਾਂ ਨੇ ਕਿਹਾ ਵੀ ਜਿਹੜਾ ਸੋਵਰਨ ਆ ਨਾ, ਅਸੀਂ ਇਹਨੂੰ ਨਹੀਂ ਅਸੀਂ ਛੱਡ ਸਕਦੇ। ਤੇ ਜਦੋਂ ਸੋਵਰਨ ਨੂੰ ਛੱਡ ਨਹੀਂ ਸਕਦੇ, ਫਿਰ ਸਿਆਸਤ 'ਚ ਵਿਚਰਨਾ ਤੇ ਉਸ ਸਿਆਸਤ 'ਚ ਫਿਰ ਉਸ ਸਾਂਚੇ 'ਚ ਢਲਣਾ ਬਹੁਤ ਔਖਾ ਹੈ। ਫਿਰ ਤਾਂ ਇੱਕ ਹੀ ਚੀਜ਼ ਤੁਰੂਗੀ ਨਾਲ, ਜਾਂ ਤਾਂ ਆਪਦੇ ਆਪ ਨੂੰ ਸੋਵਰਨ ਰੱਖ ਲਓਗੇ, ਜਾਂ ਤੁਸੀਂ ਉਸ ਆਪਦੇ ਢਾਂਚੇ 'ਚ ਆਪਦੇ ਆਪ ਨੂੰ ਢਾਲ ਲਓਗੇ। ਜੇ ਢਾਲ ਲਓਗੇ ਤਾਂ ਫਿਰ ਆਪਦੀ ਆਤਮਾ ਵਿੱਚ ਹੀ ਜਾਂਦੀ ਹੈ। ਅੱਜ ਸਾਡੇ ਸਾਹਮਣੇ ਗੱਲ ਕੀ ਹੋ ਗਈ, ਦੇਖੋ ਪੰਜਾਬ ਦੇ ਕਿੰਨੇ ਵੱਡੇ ਵੱਡੇ ਸਿਆਸਤਦਾਨ, ਕਿੰਨੇ ਵੱਡੇ ਸਿਆਸਤਦਾਨ ਕਹਿੰਦੇ ਕਹਾਉਂਦੇ ਨਾ ਇੱਥੇ ਬਣ ਕੇ ਦਿਖਾ ਦੇਣ ਹਨਾ। ਔਰ ਲੋਕ ਜਿਨ੍ਹਾਂ ਨੂੰ ਕਿੰਨਾ ਟਾਈਮ ਲਾ ਦਿੰਦੇ ਹੁੰਦੇ ਸੀ ਆਪਾਂ ਕਹਿਣ ਨੂੰ, ਬਾਈ ਜੀ ਅਕਾਲੀ ਮਾੜੇ ਆ, ਇਹਦਾ ਕਾਂਗਰਸ ਮਾੜੀ ਆ, ਇਹਦਾ ਫਲਾਣੇ ਮਾੜੇ ਆ। ਦੇਖੋ ਬਹੁਤ ਕੁਝ ਕੀਤਾ ਨਾ ਸਾਰਿਆਂ ਨੇ, ਆਪਦੀ ਸਿਆਸਤ ਹੀ ਖੜੀ ਕੀਤੀ ਆ। ਲੋਕ ਨਹੀਂ ਸਮਝਦੇ ਸੀ। ਆਹ ਵੇਖ ਲਓ 10 ਕੁ ਦਿਨਾਂ 'ਚ ਕੀ ਹੋ ਗਿਆ ਸੀ। 10 ਕੁ ਦਿਨਾਂ 'ਚ ਸਮਝਾਉਣਾ ਨਹੀਂ ਪੈਂਦਾ ਸੀ, ਆਪੇ ਹੀ ਸਮਝਣ ਲੱਗ ਗਏ। ਹਾਂਜੀ, ਕੱਲ ਨੂੰ ਲੜਨਾ ਪੈ ਗਿਆ ਪਰਿਵਾਰ ਚ ਕੀ ਨਾ ਕੀ। ਮੈਂ ਤੁਹਾਨੂੰ ਉਹੀ ਅਸੀਂ ਗੱਲ ਕਰ ਰਹੇ ਸੀ, ਪਹਿਲਾ ਵਾਰ ਸਾਡਾ ਨਹੀਂ ਹੈ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਠੀਕ ਆ। ਸੋ ਗੱਲ ਇਹ ਆ, ਜਦੋਂ ਆਪਾਂ ਸਿੱਖ ਆ ਨਾ ਜਿਹੜਾ, ਉਹ ਪਹਿਲਾ ਵਾਰ ਨਹੀਂ ਕਰਦਾ। ਪਹਿਲਾ ਵਾਰ ਵੀ ਉਹਨਾਂ ਦਾ ਹੋਊ, ਦੂਜਾ ਵੀ ਉਹਨਾਂ ਦਾ ਹੋਊ, ਤੀਜਾ ਵੀ ਉਹਨਾਂ ਦਾ ਹੋਊ। ਜਦੋਂ ਪੈਂਦੇ ਖਾਨ ਨੂੰ ਕਹਿਤਾ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਕਰ ਲਾ ਪੁੱਤ, ਇੱਕ ਹੋਰ ਕਰ ਲਾ, ਫਿਰ ਚੌਥੇ ਵਾਰ 2 ਫਾੜ ਕਰਕੇ ਸਿੱਟਤਾ ਸੀ। ਚੌਥੇ ਵਾਰ ਲਈ ਇਹੋ ਜਿਹੀ ਤਿਆਰੀ ਹੋਵੇ ਫਿਰ ਵੀ ਅਗਲੇ ਸੋਚੇ, ਉਹ ਸੋਚਿਆ ਵੀ ਨਾ। ਸੋ ਇਹ ਆ ਵੀ ਜੇ ਲੜਨਾ ਪਵੇ ਨਾ, ਅੱਜ ਜਾਬਤੇ 'ਚ ਅਸੀਂ ਇਸ ਜਾਬਤੇ 'ਚ ਹੀ ਸੰਘਰਸ਼ ਲੜਨਾ। ਪਰ ਇੱਥੇ ਪਹਿਲਾ ਵਾਰ ਵੀ ਸਾਡਾ ਨਹੀਂ ਹੋਊ, ਦੂਜਾ ਵੀ ਨਹੀਂ ਹੋਊ ਤੇ ਤੀਜਾ ਵੀ ਨਹੀਂ ਹੋਊ। ਇਹ ਗੱਲ ਨੁਕਤਾ ਬੰਨ ਲਿਓ। ਪਰ ਚੌਥਾ ਫਿਰ ਸਾਡਾ, ਉੱਥੇ ਫਿਰ ਹੋ ਸਕਦਾ ਕੁਰਬਾਨੀਆਂ ਦੇਣੀਆਂ ਪੈਣ, ਪਰ ਜੇ ਕੁਰਬਾਨੀਆਂ ਦਿੰਦੇ ਆ ਤਾਂ ਹੀ ਨਿਸ਼ਾਨ ਸਾਹਿਬ ਝੂਲਦੇ ਆ। ਰਾਜ ਦੇ ਨਿਸ਼ਾਨ ਸਾਹਿਬ ਨਹੀਂ ਆ, ਰਾਜ ਤਾਂ ਅਸੀਂ 50 ਸਾਲ ਹੀ ਕੀਤਾ ਹਨਾ। 40 ਸਾਲ ਪੰਥ ਨੇ ਰਾਜ ਕੀਤਾ। ਉਦੋਂ ਬਾਅਦ ਉਹਨਾਂ 'ਚ ਕਹਾਵਤ ਸੀ ਵੀ ਉਦੋਂ 10 ਸਾਲ ਤਾਂ ਸਾਡੀਆਂ ਮੜੀਆਂ ਹੀ ਰਾਜ ਕਰਦੀਆਂ ਰਹੀਆਂ, ਇਹ ਕਹਿੰਦੇ ਰਹੇ ਹਨਾ। ਸੋ ਪਰ ਗੱਲ ਇਹ ਆ ਵੀ ਇਹ ਜਿਹੜੇ ਝੂਲਦੇ ਆ ਨਾ, ਇਹ ਉਹਨਾਂ ਕੁਰਬਾਨੀਆਂ ਦੇ ਹੀ ਝੂਲਦੇ ਆ ਜਿਨ੍ਹਾਂ ਨੇ ਸ਼ਹਾਦਤਾਂ, ਲਹੂ ਡੋਲੇ ਹੋਏ ਆ, ਸ਼ਹਾਦਤਾਂ ਦਿੱਤੀਆਂ ਹੋਈਆਂ। ਇਹ ਜਿਹੜਾ ਰਾਜ ਹੁੰਦਾ, ਇਹ ਫਿਰ ਸਰਹੱਦਾਂ ਦੇ ਰਾਜ ਤੋਂ ਬਹੁਤ ਪਰਾਂ ਦੀ ਗੱਲ ਹੈ। ਸੋ ਇਸ ਲਈ ਹੁਣ ਜਿਹੜਾ ਪੜਾਅ ਅਗਲਾ ਸ਼ੁਰੂ ਹੋਣਾ, ਉਹ ਬੜਾ ਜ਼ਿੰਮੇਵਾਰੀ ਵਾਲਾ। ਤੇ ਇਹ ਪੜਾਅ ਆਪਾਂ ਕਹਿ ਲਈਏ ਵੀ ਅਸਲ ਸੰਘਰਸ਼ ਹੁਣ 15 ਤਰੀਕ ਤੋਂ ਬਾਅਦ ਸ਼ੁਰੂ ਹੋਣਾ। ਇਹਦਾ ਨਿੱਤ ਨਵਾਂ ਰੂਪ ਤੁਹਾਡੇ ਸਾਹਮਣੇ ਆਉਣਾ। ਸਰਕਾਰ ਇਸ ਟਾਈਮ ਡੈਸਪਰੇਟ ਹੋਈ ਪਈ ਆ ਵੀ ਇਹਨੂੰ ਤੋੜੀਏ ਕਿਵੇਂ, ਇਸ ਲਾਮਬੰਦੀ ਨੂੰ ਅਸੀਂ ਤੋੜੀਏ ਕਿਵੇਂ। ਅਸੀਂ ਜਿੰਨਾ ਆਪਦੇ ਆਪ ਨੂੰ ਜਾਬਤੇ 'ਚ ਰੱਖ ਕੇ, ਕਿਉਂਕਿ ਜਿੱਥੇ ਜਿਹਨੇ ਪੇਸ਼ੈਂਸ ਲੂਜ਼ ਕੀਤੀ ਉਹ ਹਾਰੂਗਾ। ਕਿਸੇ ਢੰਗ ਨਾਲ ਹਾਰੇ, ਕਿਸੇ ਆਪਾਂ ਕਹਿ ਲਈਏ ਵੀ ਨੁਕਤੇ ਨਾਲ ਹਾਰੇ। ਜਿਹਨੇ ਪੇਸ਼ੈਂਸ ਇੱਥੇ ਲੂਜ਼ ਕੀਤੀ, ਜੇ ਸਰਕਾਰ ਨੇ ਲੂਜ਼ ਕੀਤੀ ਉਹ ਹਾਰਨਗੇ, ਜੇ ਆਪਾਂ ਲੂਜ਼ ਕੀਤੀ ਤਾਂ ਆਪਾਂ। ਸੋ ਜ਼ਿੰਮੇਵਾਰੀ ਸਾਡੇ ਤੇ ਬਹੁਤ ਵੱਡੀ ਆ। ਆਪ ਦਾ ਆਲਾ ਦੁਆਲਾ ਦੇਖਣਾ, ਬੰਦਿਆਂ ਨੂੰ ਪਰਖਣਾ। ਆ 2-4 ਪੈਕੇਜ ਜਿਹੜੇ ਲਾਉਣ ਲੱਗ ਗਏ, ਆਪਾਂ ਇਹਨੂੰ ਥੋੜਾ ਜਿਹਾ ਪਾਸੇ ਰੱਖਣਾ, ਕਿਉਂਕਿ ਜੰਗ 'ਚ ਬੈਠੀਆਂ ਤਾਂ ਉਹਦੇ ਨੁਕਤੇ ਹੁੰਦੇ ਆ ਕੁਝ ਹਨਾ। ਤੇ ਇਸ ਖਾਤਰ ਕੁਝ ਗੱਲਾਂ ਨੂੰ ਜਿਹੜਾ ਸਮਝ ਕੇ ਲਿਟਰਲੀ ਸਾਨੂੰ ਇਹ ਸਮਝਣਾ ਵੀ ਬੜੀ ਇਤਿਹਾਸਕ ਅਹਿਮੀਅਤ ਆ ਇਸ ਲੜਾਈ ਦੀ। ਉਸ ਇਤਿਹਾਸਕ ਅਹਿਮੀਅਤ ਨੂੰ ਸਮਝ ਕੇ ਆਪਦੇ ਆਪ ਨੂੰ
ਫਿਰ ਇੱਥੇ ਹੀ ਰੱਖਣਾ ਤੇ ਵਿਚਰਨਾ। ਇਹ ਗੱਲਾਂ ਬਹੁਤ ਜ਼ਰੂਰੀ ਆ। ਬਾਕੀ ਜੇ ਕਿਸੇ ਨੇ ਹੋਰ ਕੋਈ ਗੱਲਬਾਤ ਕਰਨੀ ਆ ਤਾਂ ਆਪਾਂ ਕਰ ਲੈਂਦੇ ਆ ਜੀ। ਤੇ ਜਿਵੇਂ ਮੈਂ ਕਿਹਾ ਜ਼ਿੰਮੇਵਾਰੀ ਬਹੁਤ ਵੱਡੀ ਆ। ਇੱਕ ਮੋਢਿਆਂ ਸਾਡੇ ਮੋਢੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ। ਹਾਂਜੀ ਹਾਂਜੀ, ਦਾਇਰਾ ਜਾਂ ਤਾਂ ਖੁੱਲਾ ਕਰ ਲਈਏ ਜੀ ਆਪਾਂ ਥੋੜਾ ਜਿਹਾ। ਬਈ ਜਾਓ ਬਾਈ ਸਾਰੇ ਯਾਰ, ਆਪਾਂ ਸਾਰੇ ਸੁਣਨਾ ਹੈ ਦੇਖਣਾ ਬੈਠ ਕੇ ਗਜਰੇਲਾ ਜਿਹਾ ਲੈ ਕੇ ਆਏ ਸੀ, ਗੱਲ ਕਰਦੇ ਆ ਫਿਰ ਪਿੱਛੇ ਲੈ ਗਏ। ਲੈ ਆਓ ਲੈ ਕੇ ਆਓ ਗਰਮ ਜਾਂਦਾ। ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ, ਲੋਹੜੀ ਦੀ ਵਧਾਈ ਹੋਵੇ, ਸ਼ਹੀਦਾਂ ਨੂੰ ਪ੍ਰਣਾਮ। ਦੋਸਤੋ ਮੇਰਾ ਪਿੰਡ ਸਰਕਾਲੀ ਹੈ, ਚਲੀ ਜਾਂਦਾ। ਇਹ ਬਾਈ ਦੀਪ ਸਿੱਧੂ ਦਾ ਪਿੰਡ ਆ ਉਦੇਕਾ। ਇਹ ਮੈਨੂੰ ਨਹੀਂ ਜਾਣਦਾ ਤੇ ਮੈਂ ਇਹਨੂੰ ਨਹੀਂ ਜਾਣਦਾ। ਦੇਖੋ ਵੀ ਆਪਾਂ ਜਿਹੜਾ ਮੇਨ ਬੰਦਾ ਹੁੰਦਾ ਨਾ ਉਹਨੂੰ ਆਪਾਂ ਮਾਣ ਸਤਿਕਾਰ, ਪਰ ਮੈਂ ਇਹਦੇ ਸਾਰੇ ਖਾਨਦਾਨ ਨੂੰ ਜਾਣਦਾ। ਇਹਦਾ ਦਾਦਾ ਨਿਹਾਲ ਸਿੰਘ, ਪੜਦਾਦਾ ਨਿਹਾਲ ਸਿੰਘ ਸਿੱਧੂ ਤੇ ਭਗਤ ਸਿੰਘ ਦਾ ਚਾਚਾ ਇਕੱਠੇ ਪੜ੍ਹਦੇ ਸੀ, ਇੱਕੋ ਕਮਰੇ 'ਚ ਲਾਹੌਰ ਰਹਿੰਦੇ ਸੀ। ਉਹ ਐਫਸੀ ਕਾਲਜ ਦਾ ਸਟੂਡੈਂਟ ਸੀ, ਉਹ ਦਿਆਲ ਸਿੰਘ ਕਾਲਜ ਦਾ ਸਟੂਡੈਂਟ ਸੀ। ਦੇਖੋ ਮੈਂ ਤਾਂ ਇਨਸਾਨੀਅਤ ਤੌਰ ਤੇ ਜਿੰਨਾ ਕਿ ਮੈਨੂੰ ਇਹਦੇ ਬਾਰੇ ਪਤਾ ਸੀ, ਜਿਵੇਂ ਆਪਾਂ ਕਹਿੰਦੇ ਨੇ ਕੋਦਲੇ ਫਰੋਜ਼ ਪੰਜਾਬੀ ਦੀ ਕਹਾਵਤ, ਇਹ ਭਰਾ ਬਾਸਕਟਬਾਲ ਦਾ ਚੋਟੀ ਦਾ ਪਲੇਅਰ ਸੀ। ਪਿੰਡ ਉਹਦੇ ਘਰ ਪੜਿਆ ਤੱਪੜਵਾਰ ਦਾ ਸਕੂਲ। ਉਸ ਤੋਂ ਆਪਦੇ ਬਲਬੂਤੇ ਪੂਨੇ ਦੀ, ਮੈਨੂੰ ਉਸ ਦਾ ਕਹਿਣਾ ਨਾ ਪਵੇ, ਸਿੰਬੋਸ ਯੂਨੀਵਰਸਿਟੀ ਤੋਂ ਉਹਨਾਂ ਨੇ ਲਾ ਕੀਤਾ। ਚੋਟੀ ਦੇ ਵਕੀਲ ਹਰੀਸ਼ ਸਾਲਵੇ, ਜਿਨ੍ਹਾਂ ਨੂੰ ਮਿਲਣ ਵਾਸਤੇ ਵੀ ਲੱਖਾਂ ਰੁਪਏ ਫੀਸ ਦੇਣੀ ਪੈਂਦੀ ਆ, ਉਹਨਾਂ ਨਾਲ ਇਹਨਾਂ ਨੇ ਕੰਮ ਕੀਤਾ। ਉਹਨਾਂ ਨੇ ਇਹਨਾਂ ਨੂੰ ਹਾਈ ਕੋਰਟਾਂ ਦਾ ਕੰਮ ਦਿੱਤਾ ਵੀ ਬਾਈ ਇਹ ਏਕਤਾ ਕਪੂਰ ਦੇ ਲੀਗਲ ਐਡਵਾਈਜ਼ਰ ਰਹੇ, ਸੰਜੇ ਲੀਲਾ ਪੰਸਾਲੀ ਦੇ ਰਹੇ। ਉਸ ਤੋਂ ਬਾਅਦ ਧਰਮਿੰਦਰ ਖਾਨਦਾਨ ਨਾਲ ਇਹਨਾਂ ਦਾ ਵਾਸਤਾ ਪਿਆ, ਜਿਨ੍ਹਾਂ ਨੇ ਸੰਨੀ ਦਿਓਲ, ਠੀਕ ਆ ਵੀ ਆਪਾਂ ਕਹਿੰਦੇ ਪੁੱਤ ਸਪੂਤ ਹੋ ਜੇ, ਪੁੱਤ ਪੁੱਤ ਹੋ ਜੇ, ਉਹ ਕਰਕੇ ਆਪਣੇ ਸੰਨੀ ਦਿਓਲ ਨੂੰ ਆਪਾਂ ਜਿਤਾਇਆ। ਪਰ ਇਸ ਵੀਰ ਦੀ ਡਿਊਟੀ ਲੱਗੀ, ਇਹ ਨਾਲ ਆਏ। ਜੋ ਉੱਥੇ ਹੋਇਆ ਇਹਨਾਂ ਨੇ ਆਪ ਪਾਸੇ ਕਰਕੇ ਕਰੋੜਾਂ ਰੁਪਈਆਂ ਦੀਆਂ ਗੱਡੀਆਂ, ਲਗਜ਼ਰੀਆਂ ਕਾਰਾਂ, ਬੰਗਲੇ ਛੱਡ ਕੇ ਗੱਲ ਆਈ। ਉੱਥੇ ਇਹਨਾਂ ਦੀ ਫੋਟੋ ਵਿੱਚ ਆਈ, ਆਪਣੇ ਵਾਇਰਲ ਹੋਈ ਆ। ਨਰਿੰਦਰ ਮੋਦੀ ਜੀ ਇਹ ਬਾਈ ਖੜਾ, ਖੜਾ ਫੋਟੋ ਖਿੱਚਣ ਨਾਲ ਜੇ ਕੋਈ ਥਰਮਾਮੀਟਰ ਲੱਗਦਾ ਹੋਵੇ ਤੇ ਆਮ ਲੀਡਰ ਦੀ ਫੋਟੋ ਹਰ ਜਗ੍ਹਾ ਹੁੰਦੀ ਹੈ। ਉਹ ਜਿਵੇਂ ਲੀਡਰ ਨਾਲ ਫੋਟੋ ਚੋਰ ਵੀ ਖਿਚਾ ਜਾਂਦਾ, ਸਾਲ ਵੀ ਖਿਚਾ ਜਾਂਦਾ। ਜੇ ਫੋਟੋ ਨਾਲ ਥਰਮਾਮੀਟਰ ਲੱਗਦਾ ਤੇ ਆਪਾਂ ਸਾਰੇ ਹੀ ਚੋਰ ਆ ਤੇ ਆਪਾਂ ਸਾਰੇ ਹੀ ਫੋਟੋ ਤਾਂ ਇਹਦੇ ਨਾਲ ਬਾਈ ਨੇ ਪਤਾ ਨਹੀਂ ਕਿੰਨੇ ਖਿਚਾ ਜਾਣਗੇ ਤੇ ਕੱਲ ਨੂੰ ਉਹ ਮਾੜੇ ਵੀ ਬੰਦੇ ਉਸ ਹੱਸੇ ਵੀ ਹੋ। ਇਸ ਕਰਕੇ ਆਪਾਂ ਅਪੀਲ ਕਰਦੇ ਆ, ਫੋਟੋ ਨਾਲ ਥਰਮਾਮੀਟਰ ਨਾ ਲਾਓ। ਕੋਈ ਆਰਐਸ ਦਾ ਬੰਦਾ, ਜੇ ਆਰਐਸ ਦਾ ਬੰਦਾ ਤੇ ਬਾਈ ਜੀ ਰਾਤ ਨੂੰ ਐਸ ਵੇਲੇ ਨਹੀਂ ਉਹਦਾ ਲੋਕਾਂ ਨੇ ਖਿਲਾਰ ਦੇਣਾ ਚੜ ਕੇ ਕੁੱਤੇ ਨੂੰ। ਬਾਈ ਜੀ ਸਿੱਧੂ ਜਿੰਦਾਬਾਦ। ਅਸੀਂ ਇਨਸਾਨੀਅਤ ਤੌਰ ਤੇ ਜਿੰਨਾ ਸਾਨੂੰ ਪਤਾ ਸੀ ਅਸੀਂ ਮੂੰਹ ਤੇ ਗੱਲ ਕਰਦੇ ਆ। ਜਿੱਦੇ ਤੁਹਾਨੂੰ ਇਸ ਦੀ ਲੱਗਿਆ ਵੀ ਇਸ ਗੱਲ ਦੀ ਕਮੀ ਹੈ ਤੇ ਉਹਦੇ ਬਈ ਡਾਂਗ ਆਪਣੇ ਆਪ ਨੂੰ ਘੇਉ ਉਡੀਕਣਾ ਨਹੀਂਗਾ ਵੀ ਆਪਾਂ ਡੀਕਦੇ ਕਿਹਨੂੰ ਹੈ ਜਾਂ ਕਰਤਾਰ। ਦੇਖੋ ਆਪਾਂ ਕਿਸਾਨ ਸੰਘਰਸ਼ ਚ ਆਏ ਆ 48 ਦਿਨ ਤੋਂ। ਮੈਂ ਇਹਨੂੰ ਕਰਾ ਦਿੰਦਾ, ਮੈਨੂੰ ਕਿਉਂ ਜਾਣਾ ਪੈ ਗਿਆ। ਜਿਹੜਾ ਉੱਥੇ ਨਾ ਮੇਰੇ ਅੱਗੇ ਇੱਕ ਮੁੰਡਾ ਸੀ ਜਿਹਨੇ ਜ਼ਹਿਰ ਖਾਧਾ ਸਿੰਘੂ ਤੇ ਮੇਰੀ ਮਾਂ ਨੇ ਵੀਡੀਓ ਵੇਖ ਲਈ, ਉਹਨੂੰ ਐ ਸੀ ਕਿ ਚਰਨਜੀਤ ਨੇ ਕੁਝ ਕਰਤਾ। ਉਹ 3 ਦਿਨ ਤੋਂ ਪਈ ਆ ਤੇ ਮੈਨੂੰ ਉਹਨੇ ਕਿਹਾ ਵੀ ਇੱਕ ਵਾਰੀ ਆ ਕੇ ਮੂੰਹ ਖਾ ਜਾ ਤੇ ਮੈਨੂੰ ਜਾਣਾ ਪਊਗਾ। ਦੇਖੋ ਆਪਾਂ ਉਹਨੂੰ ਵੀ ਮਾਂ ਨੂੰ ਸਜਦਾ ਕਰਦੇ ਜਿਹਦਾ ਪੁੱਤ ਚਲਾ ਗਿਆ।
ਮੈਨੂੰ ਜਿੰਨਾ ਕੁ ਬਾਰੇ ਇਹਦੇ ਬਾਰੇ ਨੌਲੇਜ ਸੀ, ਦੇਖੋ ਨਾ ਆਪਾਂ ਕਿਤੇ ਮਿਲੇ, ਕਿੱਥੇ ਬੰਬੇ ਦੇ ਕਿੱਥੇ ਸੱਕਾਂ ਤੇ ਆਪਾਂ ਆਣ ਗਵਾਂਢ ਦੇਖਦੇ ਜਾਣਦੇ ਨੇ ਪੰਜਾਬ ਕਿੱਡਾ ਕਾ 2 ਤਹਿਸੀਲਾਂ ਦਾ। ਜੇ ਤੁਸੀਂ ਕਿਸੇ ਨੂੰ ਨਾਪਣਾ, ਉਹਦੇ ਬਾਰੇ ਪੂਰਾ ਐਕਸਰੇ ਕਰ ਲਓ, ਉਹਦੇ ਬਾਰੇ ਪੂਰੀ ਐਮਆਰਆਈ ਕਰ ਲਓ, ਬਿਨਾਂ ਗੱਲ ਤੋਂ ਕਿਸੇ ਤੇ ਕੁਫਰ ਨਾ ਤੋਂ ਵੀ ਪਖਾਨਾ। ਕਮਲ ਸ਼ਰਮੇ ਦੇ ਗਲ 'ਚ ਨਾ ਹੱਥ ਕੇ ਪਾਇਆ ਸੀ। ਅਗਲੀ ਗੱਲ ਮੈਂ ਤੁਹਾਨੂੰ ਇਹ ਦੱਸਦਾ, ਕਮਲ ਸ਼ਰਮਾ ਕਹਿੰਦਾ ਸੀ ਨਿਰੰਕਾਰੀਆਂ ਦੇ ਵੋਟਾਂ ਮੰਗਣ ਜਾਣੀਆਂ। ਇਹ ਤਾਂ ਮੇਰੇ ਨਾਲ ਨਹੀਂ ਸੀ ਨਾ, ਮੈਂ ਉੱਥੇ ਸੀ ਗੁਰਦਾਸਪੁਰ, ਪਰ ਮੈਨੂੰ ਮੇਰੇ ਵੀ ਸੈੱਲ ਉਹ ਕਹਿੰਦੇ ਨੇ ਗਲਮੇ ਹੱਥ ਪਾਲਿਆ ਵੀ ਆਪਾਂ ਇਹ ਕੰਮ ਨਹੀਂ ਕਰਨਾ। ਉਸ ਦਿਨ ਤੁਹਾਨੂੰ ਪਤਾ ਲੱਗ ਗਿਆ ਆਰਐਸ ਦੇ ਮਨਸੂਬੇ ਕੀ ਹੈ, ਕੀ ਚਾਹੁੰਦੀ ਉਹ ਪੰਜਾਬ ਪ੍ਰਤੀ। ਇਹ ਜੱਟ ਸਿੱਧੂ ਸੀ, ਬਰਾੜ ਸੀ, ਇਹ ਡਟ ਗਿਆ ਪੰਜਾਬ ਦੇ ਹਿੱਤਾਂ ਲਈ। ਭਰਾਵਾ ਜਿਉਂਦਾ ਵਸਦਾ ਰਹਿ, ਸਾਡਾ ਜਿੰਨਾ ਤੇਰਾ ਆਵਾਜ਼ ਤੈਨੂੰ ਕੋਲ ਨਾਮ ਆਵਾਜ਼ ਜਾ। ਅਸੀਂ ਤਾਂ ਸਾਡਾ 24 ਨੰਬਰ ਪਿਲਰ ਹੈ, ਅਸੀਂ ਜੋ ਬੋਲਣਾ ਸੀ ਸਾਡੇ ਦਿਲ 'ਚ ਬੋਲਦਾ, ਮੂੰਹ ਨਾਲ ਤਾਰੀਫ ਕਰਦੇ, ਨਾ ਅਸੀਂ ਤੇਰੀ ਪਿੱਠ ਪਿੱਛੇ ਕਰਦੇ, ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦਾ। ਸਮਝ ਲਓ ਯਾਰ ਕਿ ਭੱਜਿਆ ਕਿਤੇ। ਇਸ ਵੇਲੇ ਜੇ ਕਿਤੇ ਵਾਅਦੇ ਘੱਟ ਗੱਲ ਕੀਤੀ ਸਾਰੀ ਸੰਗਤ ਮਾਫ ਕਰਿਓ। ਤੁਹਾਡਾ ਆਪਣਾ ਚਰਨੀ ਸੰਧੂ ਸਰਪੰਚ ਸੰਘਾਂ ਵਾਲੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। यार भाई थोड़ा सर्कल खोल लो, थोड़ा पीछे सर्कल खोल लो, थोड़ा पीछे हो जाओ। खोलो यार, माड़ा माड़ा खोल जाओ। नीटा जी रोल मारो, रोल मारो। वाहेगुरु जी का खालसा, वाहेगुरु जी की फतेह। ਦੀਪ ਸਿੱਧੂ ਵੀ ਨਾਲ ਹੈ ਤੇ ਅਸੀਂ ਆ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਰਹੇ ਹਾਂ। ਲੋਹੜੀ ਦਾ ਸ਼ੁਭ ਆਰੰਭ ਕਾਲੇ ਕਾਨੂੰਨ ਦੀਆਂ ਇਹ ਕਾਪੀਆਂ ਸਾੜ ਕੇ ਕੀਤਾ ਜਾ ਰਿਹਾ ਹੈ। ਜਦੋਂ ਸਾਡੇ ਤੇ ਕੋਈ ਹਮਲਾ ਹੋਊਗਾ, ਸਾਡੀ ਹੋਂਦ ਤੇ ਹਮਲਾ ਹੋਊਗਾ ਤੇ ਉਹ ਕਿਸੇ ਢੰਗ 'ਚ ਕਰ ਲੈਣ, ਉਹਦਾ ਅੰਤ ਆਹੀ ਹੋਣਾ। ਇਹ ਸਿੰਬੋਲਿਕ ਗੱਲ ਕਰ ਰਹੇ ਹਾਂ ਅਸੀਂ। ਤੁਸੀਂ ਸਾਡੀ ਹੋਂਦ ਤੇ, ਸਾਡੇ ਜ਼ਮੀਨਾਂ ਤੇ, ਸਾਡੇ ਖੇਤਾਂ 'ਚ ਆਓਗੇ ਤੇ ਫਿਰ ਇੱਥੇ ਹੀ ਜਾਓਗੇ। ਬਿਲਕੁਲ ਹਨਾ, ਆਹ ਦੇਖ ਲਓ ਤੁਸੀਂ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਲਓ ਜੀ, ਸਾਰਿਆਂ ਨੂੰ ਬੇਨਤੀ ਹੈ ਸ਼ਾਂਤੀ ਕਰਨਾ ਸੁਣ ਲਓ। ਹਾਂ ਇੱਕ ਮਿੰਟ ਭਾਜੀ, ਮਾੜਾ ਪਿੱਛੇ ਨੂੰ ਹੋ ਜਾਓ। ਇੱਕ ਮਿੰਟ ਆ ਹੁਣ ਕੁਝ ਬਚ ਨਾ ਜਾਵੇ, ਬਾਜ ਨਾ ਜਾਵੇ। ਆ ਫੜਾ ਇਹਨਾਂ ਨੂੰ ਕਹਿ ਦਿਓ ਸੰਵਿਧਾਨ ਜਾਬ ਦਾ ਸੁਧਾਰ ਲੈਣ। ਹਾਂ ਨਹੀਂ ਤਾਂ ਕੁਝ ਨਹੀਂ ਪਤਾ ਪੰਜਾਬੀਆਂ ਦਾ। ਸੋ ਹਾਂਜੀ, ਇਹ ਅੱਛਾ, ਇਹ ਤਾਂ ਤੁਹਾਡਾ ਚੈਨਲ ਆ। ਅੱਛਾ ਠੀਕ ਹੈ ਜੀ, ਹਾਂਜੀ। ਉਹ ਦੂਜਾ ਸਾਈਡ ਵਾਲਾ ਆਹੀ ਜੀ ਮੋਬਾਈਲ ਪਿੱਛੇ ਕਰ ਲੈ ਯਾਰ। ਦੇਖੋ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਜਾਂ ਪੰਜਾਬੀਆਂ ਦੀ ਗੱਲ ਕਰੀਏ ਹਨਾ, ਜਿਸ ਤਰ੍ਹਾਂ ਦੀ ਕੌਮ ਆ, ਇਸ ਕੌਮ ਨੇ ਹਮੇਸ਼ਾ ਹੀ ਜਿਹੜੀ ਮਨੁੱਖਤਾ ਦੀਆਂ ਕੁਝ ਅਸੂਲ ਹੁੰਦੇ ਆ ਨਾ, ਜਾਂ ਮਨੁੱਖਤਾ ਨੂੰ ਚਲਾਉਣ ਵਾਸਤੇ ਨੈਤਿਕਤਾ ਦਾ ਜਿਹੜਾ ਨੁਕਤੇ ਹੁੰਦੇ ਆ, ਉਹਨੂੰ ਹਮੇਸ਼ਾ ਸਾਂਭ ਕੇ ਰੱਖਿਆ। ਪੰਜਾਬੀਆਂ ਨੇ ਉਸ ਗੱਲ ਤੋਂ ਕਦੇ ਮੁਨਕਰ ਨਹੀਂ ਹੋਏ, ਉਹ ਤੋਂ ਪਰਾਂ ਨਹੀਂ ਹੋਏ। ਅੱਜ ਫਿਰ ਇਹਨਾਂ ਕਾਨੂੰਨਾਂ ਦੇ ਜ਼ਰੀਏ ਸਾਡੀ ਹੋਂਦ ਤੇ ਜੇ ਆ ਕੇ ਸੱਟ ਵੱਜੂਗੀ। ਇਸੇ ਕਰਕੇ ਅਸੀਂ ਕਹਿ ਰਹੇ ਹਾਂ ਨਾ, ਕਿਸਾਨੀ ਸੰਘਰਸ਼, ਕਿਸਾਨਾਂ ਦੇ ਸੰਘਰਸ਼ ਨੂੰ ਦੇਖੋ ਤੁਸੀਂ, ਆਪਾਂ ਉਹਨੂੰ ਪੂਰਾ ਇੱਕ ਮੂਲ ਖਾਂਸਾ ਸਮਝੀਏ, ਜਿਹੜਾ ਹਜੇ ਤੱਕ ਸਰਕਾਰਾਂ ਨੇ ਵੀ ਨਹੀਂ ਸਮਝਿਆ। ਸਰਕਾਰਾਂ ਵੀ ਇਸ ਮੂਲ ਖਾਂਸੇ ਨੂੰ ਸਮਝ ਨਹੀਂ ਸਕੀਆਂ, ਇਸੇ ਕਰਕੇ ਗਲਤੀ ਕਰ ਰਹੀਆਂ। ਹਜੇ ਤੱਕ ਗਲਤੀ ਕਰ ਰਹੀਆਂ, ਹਜੇ ਤੱਕ ਕਹਿ ਰਹੀਆਂ ਵੀ ਇਹ ਤਾਂ ਸ਼ਰਾਰਤੀ ਅਨਸਰ ਆ, ਇਹ ਤਾਂ ਪੋਲੀਟੀਕਲੀ ਮੋਟੀਵੇਟਡ ਆ ਜਿਹੜੇ ਇਹ ਸੰਘਰਸ਼ ਲੜ ਰਹੇ ਆ। ਪਰ ਇਹਨਾਂ ਨੂੰ ਅਸਲ ਗੱਲ ਸਮਝਾਈਏ। ਸਾਡੇ ਕਿਸਾਨ ਲੀਡਰਾਂ ਦੀ, ਸਾਡੇ ਕਿਸਾਨ ਜਿਹੜੇ ਯੂਨੀਅਨ ਦੇ ਲੀਡਰ ਆ, ਉਹਨਾਂ ਦੀ ਇੱਕ ਬਾਕਮਾਲ ਗੱਲ ਇਹ ਸੀ ਵੀ ਉਹਨਾਂ ਨੇ ਨਾ ਇਸ਼ੂ ਨੂੰ ਆਈਡੈਂਟੀਫਾਈ ਕੀਤਾ, ਪਛਾਣਿਆ ਵੀ ਇਸ਼ੂ ਆ ਇੱਥੇ। ਇਹ ਜਿਹੜੇ ਕਾਨੂੰਨ ਬਣੇ ਆ, ਇਹ ਕਿਸਾਨਾਂ ਵਾਸਤੇ ਚੰਗੇ ਨਹੀਂ ਆ। ਤੇ ਉਹਨਾਂ ਨੇ MSP ਦੀ ਗੱਲ ਕੀਤੀ। ਹੌਲੀ ਹੌਲੀ ਉਸ ਇਸ਼ੂ ਤੇ ਲਾਮਬੰਦੀ ਸ਼ੁਰੂ ਹੋਈ ਤੇ ਸਾਡੇ ਯੂਨੀਅਨ ਲੀਡਰਸ ਨੇ ਲਾਮਬੰਦੀ ਵੀ ਕੀਤੀ। ਹੁਣ ਜਿੱਥੇ ਗੱਲ ਆ ਕੇ ਜਦੋਂ ਇਹ ਪਬਲਿਕਲੀ ਗਈ ਗੱਲ, ਪਬਲਿਕ ਨੇ ਇਸ, ਜਾਂ ਆਪਾਂ ਕਹਿ ਲਓ ਵੀ ਵੱਖਰੇ ਵੱਖਰੇ ਵਰਗਾਂ 'ਚੋਂ ਲੋਕਾਂ ਨੇ ਇਹਨਾਂ ਕਾਨੂੰਨਾਂ ਨੂੰ ਜਦੋਂ ਪੜ੍ਹਿਆ
ਤਾਂ ਉਹਨਾਂ ਨੇ ਇਹ ਸਮਝਿਆ ਵੀ ਇਹ ਯਾਰ ਕੱਲੇ MSP ਦੀ ਗੱਲ ਨਹੀਂ ਆ, ਇਹ ਤਾਂ ਸਾਡੀ ਹੋਂਦ ਤੇ ਆ ਗਈ ਆ ਗੱਲ, ਸਾਡੀ ਜ਼ਮੀਨੀ ਪ੍ਰਬੰਧ ਹੀ ਲੈ ਜਾਣਗੇ ਉਹ। ਸੋ ਇਸ ਕਰਕੇ ਜਿਹੜਾ ਸੰਘਰਸ਼ ਕਿਸਾਨੀ ਦੇ ਘੋਲ ਤੋਂ ਸ਼ੁਰੂ ਹੋਇਆ, ਇਸੇ ਕਰਕੇ ਵਾਰ-ਵਾਰ ਕਿਸਾਨੀ ਜਥੇਬੰਦੀ ਦੇ ਜਿਹੜੇ ਸਾਡੇ ਲੀਡਰ ਸਾਹਿਬਾਨ ਆ ਸਤਿਕਾਰਯੋਗ ਆ, ਉਹਨਾਂ ਨੂੰ ਆਪਾਂ ਵਾਰ-ਵਾਰ ਕਹਿੰਦੇ ਰਹੇ ਵੀ ਇਹ ਕੱਲੀ MSP ਦੀ ਗੱਲ ਨਹੀਂ ਆ, ਇਹ ਤਾਂ ਸਾਡੇ ਜ਼ਮੀਨੀ ਪ੍ਰਬੰਧ ਗਿਆ। ਜੇ ਸਾਡਾ ਜ਼ਮੀਨੀ ਪ੍ਰਬੰਧ ਗਿਆ ਤਾਂ ਸਾਡੀ ਸਿਆਸਤ ਗਈ, ਸਾਡੀ ਸੱਭਿਆਚਾਰਕ ਹੋਂਦ ਗਈ, ਸਾਡੀ ਰਾਜਨੀਤਿਕ ਹੋਂਦ ਗਈ, ਨਾਲ ਹੀ ਸਾਡੀ ਉਦੋਂ ਬਾਅਦ ਤੁਸੀਂ ਫਲਸਫੇ ਗਏ, ਫਿਰ ਸਾਡਾ ਇਤਿਹਾਸ ਗਿਆ, ਸਭ ਕੁਝ ਹੀ ਚਲਾ ਜਾਊਗਾ। ਕਿਉਂਕਿ ਜ਼ਮੀਨ ਦੇ ਨਾਲ ਇੱਕ ਨਾ ਸੱਭਿਅਤਾ ਵਿਕਸਿਤ ਹੋਈ ਹੁੰਦੀ ਆ, ਸਾਲਾਂ ਬੱਧੀ ਉਹ ਸੱਭਿਅਤਾ ਸਦੀਆਂ ਤੋਂ ਵਿਕਸਿਤ ਹੋਈ ਹੁੰਦੀ ਆ, ਉਹਦੇ ਤੇ ਪ੍ਰਭਾਵ ਪੈਂਦਾ। ਜਦੋਂ ਉਸ ਜ਼ਮੀਨੀ ਪ੍ਰਬੰਧ ਨੂੰ ਕੋਈ ਆ ਕੇ ਆਪਦੇ ਹੱਥਾਂ 'ਚ ਲੈ ਜਾਂਦਾ, ਫਿਰ ਅਸੀਂ ਆਪਦੇ ਵਿਰਸੇ ਨਾਲੋਂ ਟੁੱਟਦੇ ਹਾਂ। ਤੇ ਜੇ ਆਪਦੇ ਵਿਰਸੇ ਨਾਲੋਂ ਟੁੱਟਦੇ ਹਾਂ, ਉਸ ਜੀਵਨ ਸ਼ੈਲੀ ਨਾਲੋਂ ਟੁੱਟਦੇ ਹਾਂ, ਤੇ ਮੁੜ ਕੇ ਦਰਖਤ ਤੋਂ ਡਿੱਗੇ ਹੋਏ ਪੱਤੇ ਵਾਂਗੂ ਆ ਵੀ ਉਹਨੇ ਕਿੱਥੇ ਜਾ ਕੇ ਡਿੱਗਣਾ, ਉਹ ਹਵਾ ਦੇ ਉਸ ਟਾਈਮ ਵਹਿਣ ਤੇ ਡਿਪੈਂਡ ਕਰਦਾ, ਕਿਹੜੇ ਪਾਸੇ ਨੂੰ ਡਿੱਗਣਾ ਵਹਿਣ ਤੇ ਡਿਪੈਂਡ ਕਰਦਾ। ਕੱਲ ਨੂੰ ਇੱਥੇ ਗਰੀਬੀ ਹੋਊਗੀ ਕਿ ਨਸ਼ੇ ਹੋਣਗੇ, ਕਿ ਇੱਥੇ ਗੈਂਗਸਟਰ ਪੈਦਾ ਹੋਣਗੇ, ਕਿ ਪ੍ਰਵਾਸ ਹੋਊਗਾ। ਜਦੋਂ ਤੁਸੀਂ ਆਪਦੇ ਵਿਰਸੇ ਨਾਲੋਂ ਟੁੱਟੋਗੇ ਨਾ, ਫਿਰ ਆਹ ਸਾਰਾ ਕੁਝ ਹੁੰਦਾ ਹੈ ਨਾ। ਇਸ ਕਰਕੇ ਸਾਡੀ ਹੋਂਦ ਤੇ ਗੱਲ ਆ ਗਈ। ਅਸੀਂ ਆਪਦੀ ਹੋਂਦ ਦੀ, ਜਿਹਨੂੰ ਐਗਜ਼ਿਸਟੈਂਸ ਕ੍ਰਾਈਸਿਸ ਕਿਹਾ ਜਾਂਦਾ, ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ। ਸਾਰੀ ਦੁਨੀਆ ਨੇ, ਵੱਖ-ਵੱਖ ਵਰਗਾਂ ਨੇ ਆਪਦੀ ਹੋਂਦ ਦੀ ਲੜਾਈ ਲੜੀ ਆ ਤੇ ਹਾਰੇ ਆ। ਅੱਜ ਦੁਨੀਆ ਸਾਡੇ ਵੱਲ ਦੇਖ ਰਹੀ ਆ ਵੀ ਹੁਣ ਦੇਖਦੇ ਆ, ਜਿੱਥੇ ਪੰਜਾਬੀਆਂ ਦੀ ਹੋਂਦ ਤੇ ਗੱਲ ਆ ਗਈ ਵੀ ਹੁਣ ਦੇਖਦੇ ਆ ਕਿਵੇਂ ਇਹ ਲੜਾਈ ਲੜਦੇ ਆ। ਕਿਸਾਨਾਂ ਦੇ ਜ਼ਮੀਨੀ ਪ੍ਰਬੰਧ ਤੇ ਆਟੋਨੋਮਸ ਸਟਰਕਚਰ ਤੇ ਗੱਲ ਆ ਗਈ, ਇਹ ਦੇਖਦੇ ਆ ਕਿਵੇਂ ਲੜਦੇ ਆ। ਹੁਣ ਸਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਇਸ ਟਾਈਮ। ਪਰ ਅੱਜ ਜਿਹੜੀ ਸਿੰਬੋਲਿਕ ਗੱਲ ਕੀਤੀ ਆ ਅਸੀਂ ਕਾਨੂੰਨਾਂ ਨੂੰ ਸਾੜ ਕੇ, ਉਹ ਇਸ ਕਰਕੇ ਕੀਤੀ ਆ, ਸਰਕਾਰਾਂ ਸਮਝ ਲੈਣ ਇਸ ਗੱਲ ਨੂੰ ਵੀ ਇਹ ਕਾਨੂੰਨ ਕਿਸੇ ਰੂਪ 'ਚ ਵੀ ਸਾਨੂੰ ਮਨਜ਼ੂਰ ਨਹੀਂ ਆ। ਇਸੇ ਕਰਕੇ ਇਹ ਕੋਈ ਜ਼ਿੱਦ ਵਾਲੀ ਗੱਲ ਨਹੀਂ ਆ, ਕੋਈ ਹੰਕਾਰ ਵਾਲੀ ਗੱਲ ਨਹੀਂ ਆ, ਹੈ ਨਾ। ਤੁਸੀਂ ਜਿਹੜੇ ਦੇਸ਼ 'ਚ ਸਾਨੂੰ ਰੱਖਿਆ, ਉਹਦੇ 'ਚ ਵੱਖ-ਵੱਖ ਤਰ੍ਹਾਂ ਦੀਆਂ ਕੌਮਾਂ ਰਹਿੰਦੀਆਂ, ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਹੋਂਦ ਆ ਉਹਨਾਂ ਦੀ। ਸਾਡੀ ਸੱਭਿਆਚਾਰਕ ਹੋਂਦ ਨੂੰ ਮਿਟਾਓਗੇ ਜਾਂ ਆਪਦੇ 'ਚ ਮਿਲਾਓਗੇ, ਇਹ ਅਸੀਂ ਕਦੇ ਵੀ ਮਨਜ਼ੂਰ ਨਹੀਂ ਹੋਊਗਾ। ਤੇ ਉਹ ਸਾਡੀ ਸੱਭਿਆਚਾਰਕ ਹੋਂਦ ਨੂੰ ਮਿਟਾਉਣ ਦਾ ਜਿਹੜਾ ਉਹਨਾਂ ਦਾ ਯਤਨ ਸੀ, ਉਹ ਪਿਆ ਅੱਗ 'ਚ ਸਾੜਿਆ। ਸੋ ਇਸ ਕਰਕੇ ਸਿੰਬੋਲਿਕਲੀ ਇਸ ਗੱਲ ਦੀ ਬੜੀ ਜ਼ਰੂਰਤ ਸੀ, ਅਹਿਮੀਅਤ ਸੀ। ਅਸੀਂ ਕਦੇ ਵੀ ਇਹ ਨਹੀਂ ਕਰਦੇ ਵੀ ਕਿਸੇ ਦੀ ਨਜਾਇਜ਼ ਕੋਈ ਬੇਇੱਜ਼ਤੀ ਕਰੀਏ ਜਾਂ ਕਿਸੇ ਦੀ ਨਜਾਇਜ਼ ਅਸੀਂ ਕਿਸੇ ਇਸ ਢੰਗ 'ਚ ਉਹਨੂੰ ਨੀਵਾਂ ਦਿਖਾਈਏ ਵੀ ਆਪਦੇ ਆਪ ਨੂੰ ਅਸੀਂ ਸਾਡਾ ਹੰਕਾਰ ਦਾ ਪ੍ਰਗਟਾਵਾ ਹੋਵੇ, ਹੈ ਨਾ ਸਾਡੇ 'ਚ। ਸੋ ਹਾਂਜੀ, ਤੁਸੀਂ ਸ਼ੁਰੂ ਤੋਂ ਹੀ ਇਸ ਸੰਘਰਸ਼ ਦੇ ਵਿੱਚ ਬਹੁਤ ਹੀ ਲੰਮੇ ਸਮੇਂ ਤੋਂ ਆਏ, ਤੇ ਤੁਸੀਂ ਜਿਹੜੇ ਦਿਨ ਦਿਹਾੜ ਸੀ ਸਾਰੇ, ਦੁਸਹਿਰੇ, ਦੀਵਾਲੀਆਂ, ਤੇ ਅੱਜ ਵੀ ਤੁਸੀਂ ਲੋਹੜੀ ਵੀ ਇੱਥੇ ਹੀ ਮਨਾ ਰਹੇ ਹੋ, ਤੇ ਤੁਹਾਨੂੰ ਗੱਲਬਾਤ ਵਾਸਤੇ ਕਦੀ ਵੀ ਨਹੀਂ ਵੇਖਿਆ ਵੀ ਤੁਸੀਂ ਅੱਗੇ ਆਏ ਹੋ? ਨਹੀਂ ਜੀ, ਗੱਲਬਾਤ ਕਿਹਦੇ ਨਾਲ? ਜਿਹੜੇ ਉਹਦੇ ਕਿਸਾਨਾਂ ਦੇ ਜਿਹੜੇ ਉੱਥੇ ਜਾਣ ਵਾਸਤੇ ਨਾਲ ਦੇ ਮੰਚ। ਨਹੀਂ ਜੀ, ਦੇਖੋ ਉਹ ਤਾਂ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਆ, ਹੈ ਨਾ, ਉਹਨਾਂ ਨੇ ਸਾਰੀ ਲਾਮਬੰਦੀ ਵੀ ਕੀਤੀ, ਜਥੇਬੰਦਕ ਢਾਂਚਾ ਵੀ ਹੈ ਇੱਕ। ਤੇ ਮੇਰੇ ਖਿਆਲ 'ਚ ਅਪਰੋਪਰੀਏਟ ਇਹੀ ਰਹਿੰਦਾ ਵੀ ਉਹੀ ਜਥੇਬੰਦਕ ਢਾਂਚਾ ਤੇ ਕਿਸਾਨ ਜਥੇਬੰਦੀਆਂ ਦੀ ਸਾਡੀ ਲੀਡਰਸ਼ਿਪ ਆ ਜਿਹੜੀ, ਉਹ ਇਹਦੀ ਅਗਵਾਈ ਕਰੇ। ਪਰ ਕਿਸੇ ਵੀ ਸ਼ਖਸੀਅਤ ਦੀ ਜਿਹੜੀ ਕੋਈ ਵੀ ਕੰਟਰੀਬਿਊਸ਼ਨ ਆ, ਹੈ ਨਾ, ਚਾਹੇ ਉਹ ਉਹਨਾਂ ਤੋਂ ਸਲਾਹ ਲੈਣ। ਜੇ ਅਸੀਂ ਸ਼ੰਭੂ ਮੋਰਚੇ 'ਚ ਬੈਠ ਕੇ ਇਸ ਸੰਘਰਸ਼ 'ਚ ਕੰਟਰੀਬਿਊਟ ਕੀਤਾ, ਤੇ ਜੇ ਉਹ ਮੰਨਦੇ ਆ ਵੀ ਸਾਡਾ ਯੋਗਦਾਨ, ਫਿਰ ਆਪਸ 'ਚ ਮਿਲ ਬੈਠ ਕੇ ਸਾਨੂੰ ਸਲਾਹਾਂ ਵੀ ਕਰਨੀਆਂ ਚਾਹੀਦੀਆਂ ਸੀ, ਸਾਨੂੰ ਇੱਕ ਟੀਮ ਵਰਕ ਵੀ ਕਰਨਾ ਚਾਹੀਦਾ ਸੀ, ਤੇ ਉਸ ਟੀਮ ਵਰਕ ਦੇ ਅਧੀਨ ਸਾਨੂੰ ਇੱਕ ਰਣਨੀਤੀ ਵੀ ਘੜਨੀ ਚਾਹੀਦੀ ਸੀ। ਮੈਨੂੰ ਲੱਗਦਾ ਉਹ ਕੋਆਰਡੀਨੇਸ਼ਨ ਆ ਜਿਹੜੀ, ਉਹ ਬਹੁਤ ਜ਼ਰੂਰੀ ਆ, ਹਜੇ ਵੀ ਜ਼ਰੂਰੀ ਆ, ਤੇ ਇਹ ਗੱਲ ਨੂੰ ਸਾਨੂੰ ਸਮਝ ਲੈਣਾ ਚਾਹੀਦਾ। ਤੇ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਹੈ ਤੇ 26 ਜਨਵਰੀ ਨੂੰ, ਇਹਨਾਂ ਦੋਨਾਂ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਸੁਪਰੀਮ ਕੋਰਟ ਆ ਜਿਹੜਾ ਜੀ, ਉਹਨੇ ਤਾਂ ਉਹ ਗੰਗਾਧਾਰੀ ਸ਼ਕਤੀਮਾਨ ਹੈ, ਉਹ ਗੱਲ ਆ, ਹੈ ਨਾ। ਸੋ ਇਸ ਕਰਕੇ ਉਹ ਤਾਂ ਸਾਨੂੰ ਨੰਗੇ ਚਿੱਟੇ ਰੂਪ 'ਚ ਸਾਹਮਣੇ ਆ ਗਿਆ ਵੀ ਜਿਹੜਾ ਕੰਮ ਸਰਕਾਰ ਆਪ ਕਰਨਾ ਚਾਹੁੰਦੀ ਸੀ, ਉਹ ਫਿਰ ਵੱਖਰੇ ਰਾਹ ਤੋਂ ਸੁਪਰੀਮ ਕੋਰਟ ਅੰਨੀ ਦੀ ਹੋ ਕੇ, ਹੈ ਨਾ, ਜਿਵੇਂ ਆਪਾਂ ਬਠਿੰਡੇ ਜਾਣਾ ਹੋਵੇ ਤਾਂ ਕਈ ਵਾਰੀ ਭੁੱਚੋ ਕੈਂਚੀਆਂ ਤੋਂ ਆਪਾਂ ਪਰਾਂ ਨੂੰ ਵੀ ਪਾ ਲਈਦੀ ਆ ਗੱਲ। ਸੋ ਉਹ ਗੱਲ ਹੋ ਗਈ ਆ ਹੁਣ। ਜਾਂ ਮੁਕਤਸਰ ਜਾਣਾ ਹੋਵੇ, ਇੱਕ ਇੱਧਰੋਂ ਜੈਤੋਂ ਵੱਲ ਦੀ ਜਾਂਦਾ ਤੇ ਇੱਕ ਉਹ ਪਰਲੇ ਪਾਸੇ ਦੀ ਬਾਘੇ ਪੁਰਾਣੇ ਵੱਲ ਦੀ ਜਾਂਦੀ ਹੈ, ਹੈ ਨਾ। ਤਾਂ ਦੋ ਸੜਕਾਂ ਜਾਂਦੀਆਂ,
ਹਾਂ ਤੇ ਉਹ ਵਲ ਪਾ ਕੇ ਜਾਂਦੀ ਆ। ਇਹਨਾਂ ਨੇ ਪਹਿਲਾਂ ਜੈਤੋਵਾਲ ਲੈ ਲਿਆ, ਉੱਥੇ ਗੱਲ ਨਹੀਂ ਬਣੀ, ਇਹਨਾਂ ਨੇ ਕਿਹਾ ਚਲੋ ਆ ਬਾਘੇ ਪੁਰਾਣੇ ਵਾਲੀ ਰੋਡ ਲੈ ਲੈਂਦੇ ਆ। ਸੋ ਗੱਲ ਇਹ ਆ ਵੀ ਇਹ ਤਾਂ ਉਹੀ ਕੰਮ ਹੋ ਰਿਹਾ, ਇਹ ਸਾਨੂੰ ਸਮਝ ਵੀ ਆ ਤੇ ਇੱਕ ਇੱਕ ਬੰਦੇ ਨੂੰ ਸਮਝ ਆ ਹੁਣ ਤਾਂ, ਹਨਾ। ਹੁਣ ਜਿੱਥੇ ਆ ਕੇ ਗੱਲ ਖੜੀ ਹੋ ਗਈ ਆ 26 ਜਨਵਰੀ, 26 ਜਨਵਰੀ ਓਨੀ ਹੀ ਅਹਿਮੀਅਤ ਰੱਖਦੀ ਆ ਜਿੰਨੀ 26 ਨਵੰਬਰ ਰੱਖਦਾ ਸੀ। 26 ਨਵੰਬਰ ਨੂੰ ਤਾਂ ਜਿਵੇਂ ਕੁਦਰਤ ਨੇ ਸਾਡੇ ਹੱਕ 'ਚ ਗੱਲ ਬਿਠਾਤੀ, ਤੁਸੀਂ ਦੇਖੋ ਕਿਵੇਂ ਬਿਠਾਈ। ਜਥੇਬੰਦੀਆਂ ਦੀ ਲੀਡਰਸ਼ਿਪ ਕਹਿੰਦੀ ਵੀ ਬਹਿ ਜਾਓ ਸ਼ੰਭੂ ਜਾਂ ਉਧਰ ਬਹਿ ਜਾਓ ਡੱਬ ਵਾਲੀ, ਪਰ ਕੁਦਰਤ ਇਹੋ ਜੀ ਵਰਤਾਰਾ ਵਰਤਿਆ ਵੀ ਲੋਕ ਕਹਿੰਦੇ ਵੀ ਜੀ ਅਸੀਂ ਤਾਂ ਦਿੱਲੀ ਜਾਣਾ, ਦਿੱਲੀ ਦੀ ਕਾਲ ਆ, ਤੇ ਸਾਡੇ ਵਰਗੇ ਨਿਕਲ ਗਏ। ਜਦੋਂ ਦਿੱਲੀ ਦੀ ਕਾਲ ਸੀ ਅੱਗਿਓਂ ਫਿਰ ਕੀ ਹੋਇਆ, ਅੱਗਿਓਂ ਸਰਕਾਰ ਤੇ ਕੁਝ ਜਥੇਬੰਦੀਆਂ ਦੇ ਲੀਡਰ ਇਹ ਵੀ ਕਹਿੰਦੇ ਵੀ ਬਰਾੜੀ ਗਰਾਊਂਡ ਚੱਲ ਜਾਓ। ਪਰ ਸੰਗਤ ਦਾ ਦੇਖੋ ਤੁਸੀਂ ਜਾਂ ਕੁਦਰਤ ਦਾ ਵਰਤਾਰਾ ਦੇਖੋ, ਕੋਈ ਸਿੰਘੂ ਬਹਿ ਗਿਆ, ਕੋਈ ਇੱਥੇ ਟਿਕਰੀ ਬਹਿ ਗਿਆ, ਕੋਈ ਜਾ ਕੇ ਗਾਜ਼ੀਆਬਾਦ ਬਹਿ ਗਿਆ ਤੇ ਘੇਰ ਲਈ ਦਿੱਲੀ, ਹਨਾ। ਹੁਣ ਇਹ ਕੁਦਰਤ ਨੇ ਕਰਾਇਆ, ਪਰ ਜੇ ਅਸੀਂ ਕਹੀਏ ਵੀ 26 ਜਨਵਰੀ ਵੀ ਕੁਦਰਤ ਕਰਾ ਜੂਗੀ, ਕੁਛ ਤਾਂ ਸਾਨੂੰ ਵੀ ਕਰਨਾ ਪਊ। ਤਾਂ ਇਸ ਕਰਕੇ ਉਹ ਰਣਨੀਤੀ ਘੜਨੀ ਚਾਹੀਦੀ ਆ, ਬਹੁਤ ਅਹਿਮ ਆ 26 ਜਨਵਰੀ ਸਾਡੇ ਲਈ ਵੀ ਤੇ ਉਹ ਸਾਡੇ ਦੁਸ਼ਮਣਾਂ ਲਈ ਵੀ, ਉਹ ਵੀ ਤਿਆਰੀ ਕਰਕੇ ਬੈਠੇ ਹੋਣੇ ਆ। ਇਦੋਂ ਪਹਿਲਾਂ ਤਾਂ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਸ ਨਾਲ ਵਾਹ ਪਿਆ, ਹੁਣ ਸਾਡਾ ਵਾਹ ਪੈਣਾ ਸੈਂਟਰ ਨਾਲ, ਪੈਰਾਮਿਲਟਰੀ ਫੋਰਸਿਸ ਨਾਲ। ਜਿਵੇਂ ਅਸੀਂ ਗੱਲ ਕੀਤੀ ਆ ਨਾ ਵੀ ਪਹਿਲਾ ਵਾਰ ਸਿੱਖ ਨਹੀਂ ਕਰਦਾ, ਦੂਜਾ ਨਹੀਂ ਕਰਦਾ, ਤੀਜਾ ਨਹੀਂ ਕਰਦਾ, ਚੌਥੀ ਵਾਰੀ ਫਿਰ ਅਸੀਂ ਕੋਈ ਨਹੀਂ ਟੱਕਰਾਂਗੇ, ਹਨਾ। ਤਾਂ ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਸਤਿ ਸ੍ਰੀ ਅਕਾਲ। ਤੇ ਅਸੀਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਟਲ ਜਾਓ ਹਨਾ, ਤੇ ਇਹ ਤਾਂ ਧਾਰੀ ਫਿਰਦੇ ਆ। ਦੀਪ ਦੂਸਰੇ ਪਾਸੇ ਗੱਲ ਕੀਤੀ ਜਾਵੇ ਕਿਸਾਨ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਨੂੰ ਤੁਸੀਂ ਲੈਟਰ ਵੀ ਭੇਜੀ, ਰਿਕੁਐਸਟ ਲੈਟਰ ਵੀ। ਉਦੋਂ ਲਾਸਟ ਟਾਈਮ ਮੈਂ ਇੰਟਰਵਿਊ ਜਦੋਂ ਤੁਹਾਡੀ ਕੀਤੀ ਉਦੋਂ ਵੀ ਅਸੀਂ ਬੇਨਤੀ ਆਪਣੇ ਵੱਲੋਂ ਕੀਤੀ ਸੀ ਕਿ ਹਰ ਚੀਜ਼ ਦਾ ਹੱਲ ਹੈ, ਪਰ ਸਿਰ ਜੋੜੋ। ਮੈਂ ਉਗਰਾਹਾਂ ਦੇ ਨਾਲ ਵੀ ਹੁਣੇ ਗੱਲਬਾਤ ਕਰਕੇ ਆਇਆ ਤੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਕਿ ਅਸੀਂ ਜਦੋਂ ਸਿਰ ਜੋੜੀਏ ਤੇ ਮਤਲਬ ਸਾਡੀ ਏਕਤਾ ਦੇ ਵਿੱਚ ਜਿੰਨਾ ਬਲ ਹੈ ਉਹਨਾਂ ਕਿਤੇ ਨਹੀਂ ਹੈ, ਕੋਈ ਨਹੀਂ ਖੜ ਸਕਦਾ। ਹਾਂਜੀ ਹਾਂਜੀ। ਪਰ ਤੁਹਾਨੂੰ ਕੀ ਜਵਾਬ ਮਿਲਿਆ ਉਸ ਦਾ? ਨਹੀਂ ਜੀ, ਮੈਨੂੰ ਹਜੇ ਤਾਈਂ ਤਾਂ ਕੋਈ ਜਵਾਬ ਨਹੀਂ ਮਿਲਿਆ। ਜਵਾਬ ਆ ਦੇਖੋ, ਤੁਸੀਂ ਕੈਮਰਾ ਘੁਮਾਓ ਤੇ ਲੋਕਾਂ ਤੋਂ, ਸਾਡੀ ਸੰਗਤ ਤੋਂ ਪੁੱਛੋ, ਆ ਜਵਾਬ ਆ। ਇਹ ਜਿਹੜਾ ਪਿਆਰ ਆ ਇਹੀ ਜਵਾਬ ਆ ਨਾ। ਸਤਿ ਸ੍ਰੀ ਅਕਾਲ। ਬਾਕੀ ਜੀ ਸਿੱਧੂ ਸਾਹਿਬ ਜੀ ਨਾਲ ਰਹਿੰਦਾ, ਉਹਦੀ ਸੰਨੀ ਦਿਓਲ ਨਾਲ ਫੋਟੋ ਆ, ਉਹਦੀ ਮੋਦੀ ਨਾਲ ਫੋਟੋ ਆ, ਉਹਦੇ ਬਾਰੇ ਵੀ ਜ਼ਰੂਰ ਤੁਸੀਂ ਵੀ ਦੱਸੋ। ਮੈਂ ਕਹਿੰਦਾ ਜੀ ਜੇ ਮੇਰੇ ਵਰਗੇ 10 ਕੁ ਬੰਦੇ ਹੋਰ ਬੁਲਾਓ ਤੁਸੀਂ, RSS ਵਾਲੇ ਚਾਹੀਦੇ ਆ ਸਾਨੂੰ, ਜਿਹੜੇ ਪੰਜਾਬ ਤੋਂ ਤੁਰਨ ਤੇ ਮੁੜ ਕੇ ਦਿੱਲੀ ਆ ਕੇ ਡੇਰਾ ਲਾਉਣ ਇੱਥੇ, ਹਨਾ, ਜਾਂ ਪੰਜਾਬ ਜਿਵੇਂ ਆਪਾਂ ਬੈਠੇ ਸੀ। ਸੋ ਜੇ ਸਾਡੇ ਵਾਲਿਆਂ ਨਾਲ ਗੱਲ ਨਹੀਂ ਬਣਦੀ ਤਾਂ ਫਿਰ 10 ਕੁ ਮੇਰੇ ਵਰਗੇ ਤਾਂ ਬੁਲਾ ਲਓ, ਇਹ ਜ਼ਰੂਰੀ ਆ। ਬਾਕੀ ਜਿਹੜਾ ਨਤਾਰਾ ਉਹ ਆਪਾਂ ਇਦੋਂ ਬਾਅਦ ਕਰ ਲਾਂਗੇ, ਕੌਣ ਕਿਹਦਾ ਮੈਂਬਰ ਆ, ਹਨਾ। ਆਪਾਂ ਐਨ ਜਮਾਂ ਕਹਿੰਦੇ ਹੁੰਦੇ ਆ ਨਾ ਵੀ ਐਨ ਜਮਾਂ ਫੋਟੋ ਕੱਢ ਦਿਖਾਵਾਂਗੇ, ਹਰ ਜਮਾਂ ਪ੍ਰਤੱਖ ਦਰਸ਼ਨ ਕਰਾਵਾਂਗੇ ਕੌਣ ਕਿੱਥੋਂ ਚੱਲਦਾ ਤੇ ਕਿਹਦਾ ਮੈਂਬਰ ਆ। ਪਰ ਹਜੇ ਉਹ ਟਾਈਮ ਨਹੀਂ ਆ, ਹਜੇ ਟਾਈਮ ਆ ਇਕੱਠੇ ਏਕੇ 'ਚ ਰਹਿਣ ਦਾ। ਔਰ ਜਿਹੜੇ ਨਾ ਸਮਝੀ ਹੁੰਦੀ ਆ ਨਾ, ਨਾ ਸਮਝੀ ਹੁੰਦੀ ਆ, ਉਹ ਇਹ ਗੱਲਾਂ ਉੱਥੋਂ ਨਿਕਲਦੀਆਂ ਹੁੰਦੀਆਂ। ਜਿਨ੍ਹਾਂ ਨੇ ਤੁਹਾਨੂੰ ਆਲਰੇਡੀ ਗੱਲ ਹੀ ਐਂ ਕਰਨੀ ਆ, ਉੱਥੇ ਉਹਦੇ ਪਿੱਛੇ ਕੋਈ ਲੌਜਿਕ ਨਹੀਂ ਹੋਣਾ, ਕੋਈ ਲੌਜਿਕ ਨਹੀਂ ਹੁੰਦਾ। ਬਸ ਗੱਲ ਕਹਿਣੀ ਆ ਕਿਉਂਕਿ ਅਗਲੇ ਨੇ ਕਿਤੋਂ ਸੁਣੀ ਆ ਤੇ ਉਹਨੇ ਕਹਿਣੀ ਆ ਇਹ ਗੱਲ, ਤੇ ਉਹਨੇ ਉਵੇਂ ਹੀ ਗ੍ਰਹਿਣ ਕਰ ਲਈ। ਸੋ ਜੱਬਲ ਪੁੱਤ ਨਾ ਜੰਮੀਏ ਧੀ ਇੰਨੀ ਚੰਗੀ। ਹੁਣ ਜੱਬਲਾਂ ਦਾ ਤਾਂ ਕੋਈ ਇਲਾਜ ਨਹੀਂ। ਤੇ ਬਾਕੀ ਤੁਹਾਡਾ ਜਿਹੜਾ 26 ਜਨਵਰੀ ਨੂੰ ਟਰੈਕਟਰ ਰੈਲੀ ਆ ਉਹ ਕੱਢਣ ਬਾਰੇ ਕੀ ਵਿਚਾਰ ਆ? ਕੱਢਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ? ਬਿਲਕੁਲ ਚਾਹੀਦੀ ਹੈ ਜੀ, ਬਿਲਕੁਲ। ਤੁਸੀਂ ਤਿਆਰੀ ਤਾਂ ਦੇਖੋ ਸੰਗਤ 'ਚ, ਹਨਾ। ਸੋ ਇਹੀ ਆ, ਹੁਣ ਸੱਪ ਦੀ ਖੱਡ ਆ ਛੋਟਿਆ ਇਹ। ਸਾਪੀ ਵੜ ਸਕਦਾ ਕਦੇ, ਇੱਥੇ ਸੱਪ ਹੀ ਵੜ ਸਕਦਾ ਤੇ ਸੱਪ ਹੀ ਨਿਕਲ ਸਕਦਾ। ਚੂਹੇ ਚਕਚੁੰਦਰਾਂ ਇਹਦੇ 'ਚ ਵੜ ਤਾਂ ਜਾਂਦੇ ਨੇ ਪਰ ਨਿਕਲ ਨਹੀਂ ਸਕਦੇ। ਸੋ ਉੱਥੇ ਖੜੇ ਆ ਕੇ। ਹਾਂਜੀ, ਲੋਕਾਂ ਦੇ ਮਨਾਂ ਦੇ ਵਿੱਚ ਧਾਰਨਾ ਬਣੀ ਹੋਈ ਹੈ ਕਿ ਉਹ ਕਹਿ ਰਹੇ ਆ ਕਿ ਦੀਪ ਸਿੱਧੂ ਇਸ ਵੱਖ-ਵੱਖ ਸਟੇਜਾਂ ਦੇ ਉੱਤੇ ਜਾ ਕੇ, ਵੱਖ-ਵੱਖ ਥਾਵਾਂ ਤੇ ਜਾ ਕੇ, ਵੱਖ-ਵੱਖ ਧਰਨਿਆਂ ਤੇ ਜਾ ਕੇ, ਉਹ ਲੋਕਾਂ ਦੇ ਮਨਾਂ ਵਿੱਚ ਧਾਰਨਾ ਬਣੀ ਹੋਈ ਹੈ ਕਿ ਉਹ ਇਨ ਫਿਊਚਰ ਦੇ ਵਿੱਚ
ਚੋਣ ਲੜਨਗੇ ਕਿਸੇ ਵੀ ਪਾਰਟੀ ਵਿੱਚ ਨਹੀਂ ਤਾਂ ਇਹ ਮੈਨੂੰ ਲੜ ਲੈਣ ਦਿਓ, ਤੁਸੀਂ ਵੋਟਾਂ ਨਾ ਪਾਇਓ। ਵੋਟਾਂ ਤਾਂ ਤੁਸੀਂ ਪਾਉਣੀਆਂ। ਪਰ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਵੀ ਮੈਂ ਚੋਣਾਂ ਨਹੀਂ ਲੜਨੀਆਂ, ਹਨਾ। ਔਰ ਆਪਣਾ ਹਜੇ ਇਹ ਗੱਲ ਕਰਨ ਦਾ ਵੀ ਚੋਣ ਲੜਨੀ ਆ ਨਹੀਂ ਲੜਨੀ, ਬਾਈ ਇੱਕ ਗੱਲ ਮੈਂ ਤੁਹਾਨੂੰ ਦੱਸਦਾ, ਹਨਾ। ਹੁਣ ਗੱਲ ਇਹ ਆ ਵੀ ਇਹ ਕੋਈ ਜ਼ਰੂਰੀ ਐਡੀ ਕੋਈ ਖਾਸ ਗੱਲ ਨਹੀਂ ਆ। ਜਿਹਨੇ ਲੜਨੀ ਆ ਉਹ ਲੜ ਲੂਗਾ, ਜਿਹਨੇ ਨਹੀਂ ਲੜਨੀ ਨਾ ਲੜੂ। ਉਹ ਬਾਅਦ ਚ ਦੇਖਾਂਗੇ ਯਾਰ ਅੱਜ ਕੀ ਕਰ ਰਹੇ ਆ ਅਸੀਂ, ਅੱਜ ਉੱਥੇ ਦੇਖੀਏ। ਤੇ ਜਿਹਨੇ ਨਹੀਂ ਵੋਟ ਪਾਉਣੀ ਹੋਈ ਉਹਨੂੰ ਨਹੀਂ ਪਾਉਂਦੇ, ਜਿਹਨੂੰ ਪਾਉਣੀ ਹੋਈ ਉਹਨੂੰ ਪਾ ਦਾਂਗੇ। ਕਿੱਡੀ ਕੁ ਗੱਲ ਆ ਇਹ ਚੋਣਾਂ ਦੇ ਮੁੱਦੇ ਤੇ, ਉਹ ਫਲਾਨੇ ਗੱਲ ਦੇ ਮੁੱਦੇ ਤੇ ਕੋਈ ਇਹ ਨਾ ਸਾਡੀ ਸੋਚ ਜਿਹੜੀ ਆ ਨਾ, ਇਹ ਇਹਨਾਂ ਚੀਜ਼ਾਂ 'ਚ ਹੀ ਇਹ ਐਕਚੁਅਲੀ ਗੱਲਾਂ ਕਿੱਥੋਂ ਖੜੀਆਂ ਹੁੰਦੀਆਂ। ਸਾਨੂੰ ਇੱਕ ਨਹੀਂ ਹੋਣ ਦੇਣਾ ਤੇ ਸਾਨੂੰ ਇੱਕ ਮਕਸਦ ਤੇ ਵੀ ਨਹੀਂ ਆਉਣ ਦੇਣਾ। ਫਿਰ ਉੱਥੇ ਕੀ ਹੋਣਗੇ। ਔਰ ਸਾਡੇ ਵਾਲੇ ਇਸ ਗੱਲ ਤੇ ਬਾਹਲੇ ਉਹ ਆ, ਮੈਂ ਸਾਡੇ ਵਾਲਿਆਂ ਦੀ ਗੱਲ ਕਰਦਾ ਹੁਣ ਤਾਂ। ਉਹ ਕੀ ਕਰਦੇ ਆ ਵੀ ਯਾਰ ਆਹ ਤਾਂ ਫੇਮਸ ਹੋਣ ਨੂੰ ਫਿਰਦਾ, ਹਨਾ। ਵੀ ਫੇਮਸ ਹੋਣ ਨੂੰ ਤਾਂ ਮੇਰੇ ਕੋਲੇ ਨੈਸ਼ਨਲ ਪਲੇਟਫਾਰਮ ਸੀ ਯਾਰ। ਮੈਂ ਅਗਲਿਆਂ ਨੂੰ ਕਹਿੰਦਾ ਵੀ ਆਏ ਆ ਜੀ ਤੁਹਾਡੇ ਨਾਲ ਆ ਤੇ ਤੁਸੀਂ ਮਾਰੋ ਮਾੜਾ ਜਿਹਾ ਹਲਾਰਾ, ਤੇ ਉਹਨਾਂ ਦੇ ਨੈਸ਼ਨਲ ਚੈਨਲ ਖੜੇ ਹੋਇਆ ਕਰਦੇ। ਆਪਾਂ ਆਪਦੇ ਵਾਲਿਆਂ ਤੇ ਥੋੜੀ ਕਰਨੇ ਸੀ ਜਿਨ੍ਹਾਂ ਤੇ ਲਿਮਿਟਡ ਜੀ ਵਿਚਾਰੀ ਆਡੀਅנס ਆ ਤੇ ਅਸੀਂ ਸਟਰਗਲ ਕਰਦੇ ਆ ਫਿਰ, ਹਨਾ। ਸੋ ਪਹਿਲਾਂ ਤਾਂ ਇੱਥੋਂ ਹੀ ਤੁਹਾਨੂੰ ਸਮਝ ਆ ਜਾਂਦੀ ਹੈ ਗੱਲ। ਦੂਜੀ ਗੱਲ ਇਹ ਆ ਵੀ ਹੋਰ ਕਹਿੰਦੇ ਆ ਵੀ ਇਹ ਤਾਂ ਯਾਰ ਆਪਦਾ ਚੋਣ ਮੈਦਾਨ ਤਿਆਰ ਕਰ ਰਿਹਾ। ਬਾਈ ਜੀ ਚੋਣ ਮੈਦਾਨ ਵਾਲਾ ਕੰਮ ਵੀ ਮੇਰੇ ਕੋਲੇ ਤਿਆਰ ਸੀ ਜਿਹੜਾ ਮੈਂ ਛੱਡ ਕੇ ਆਇਆ। ਸੋ ਮੈਂ ਬਾਹਲੀਆਂ ਸਫਾਈਆਂ ਤਾਂ ਨਹੀਂ ਦੇਵਾਂਗਾ ਇਸ ਗੱਲ ਤੇ, ਕਿਉਂਕਿ ਇਹ ਤਾਂ ਟਾਈਮ ਨਾਲ ਹੀ ਗੱਲਾਂ ਸਮਝ ਆਉਂਦੀਆਂ ਹੁੰਦੀਆਂ। ਪਰ ਇਹ ਕੋਈ ਬਾਹਲੀਆਂ ਵੱਡੀਆਂ ਗੱਲਾਂ ਨਹੀਂ ਹੁੰਦੀਆਂ। ਇਹ ਤੋਂ ਨਿਕਲੀਏ, ਜੇ ਕੁਛ ਇੱਕ ਦੂਜੇ ਦੇ ਨਾਲ ਜੁੜ ਕੇ ਕੁਛ ਕਰ ਸਕਦੇ ਹਾਂ ਅਸੀਂ। ਹੁਣ ਪੰਜਾਬ ਨੂੰ ਜ਼ਰੂਰਤ ਆ, ਸਾਡੇ ਲੋਕਾਂ ਨੂੰ ਜ਼ਰੂਰਤ ਆ, ਤਾਂ ਕਰੀਏ। ਬਿਲਕੁਲ, ਧੰਨਵਾਦ। ਮਨਜੋਤ, ਮੈਂ ਚਾਹਾਂਗਾ ਕਿ ਤੁਸੀਂ ਵੀ ਦੋ ਸ਼ਬਦ ਬੋਲੋ, ਕਿਉਂਕਿ ਸਾਰਾ ਕੁਝ ਦੇਖ ਰਹੇ ਹੋ ਤੇ ਤੁਸੀਂ ਚੁੱਪ ਰਹੇ ਖੜੇ ਹੋ, ਤੁਹਾਡਾ ਬੋਲਣਾ ਫਰਜ਼ ਬਣਦਾ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਂ ਅਸੀਂ ਦੀਪ ਬਾਈ ਨੂੰ ਸੁਣ ਲਈ ਖੜੇ ਹਾਂ, ਕਿਉਂਕਿ ਜਿੱਦਣ ਦਾ ਲੰਗਰ ਲਾਇਆ ਸੀ ਉਦਣ ਦੀ ਖੁਆਇਸ਼ ਸੀ ਮੇਰੀ ਵੀ ਦੀਪ ਬਾਈ ਨੂੰ ਇੱਥੇ ਲੰਗਰ 'ਚ ਲੈ ਕੇ ਜ਼ਰੂਰ ਆਉਣਾ। ਤੇ ਅੱਗੇ ਸ਼ੰਭੂ 'ਚ ਜਾਂਦੇ ਰਹੇ ਹਾਂ, ਅੱਗੇ ਭਾਜੀ ਅਸੀਂ ਡਿਸਕਸ ਕਰ ਹੀ ਰਹੇ ਸੀਗੇ। ਇੱਕ ਮੈਂ ਬਹੁਤ ਆਪਣਾ ਗੱਲ ਭਾਜੀ ਦੱਸਣਾ ਚਾਹੁੰਦੇ, ਅਸੀਂ ਗੱਲ ਕਰਦੇ ਸੀ ਵੀ ਦੀਪ ਬਾਈ ਨਾਲ ਕਿਉਂ ਖਾਰ ਖਾਂਦੇ ਲੋਕ। ਇੱਕ ਐਜੂਕੇਸ਼ਨ ਤੇ ਇੱਕ ਅਨਪੜ੍ਹਤਾ ਦੀ ਬਹੁਤ ਵੱਡੀ ਗੱਲ ਆ, ਉਹੀ ਜਿਹੜੀ ਇੱਕ ਗੱਲ ਇਹ ਹੈਗੀ ਆ ਵਿੱਚ। ਤੇ ਬਾਕੀ ਦੀਪ ਬਾਈ ਨੂੰ ਇਹੀ ਆ ਵੀ ਇੱਦਾਂ ਚੜ੍ਹਦੀ ਕਲਾ ਨਾਲ ਮੂਹਰੇ ਲੱਗਾ ਰਵੇ। ਅਸੀਂ ਉਹਦੇ ਪਿੱਛੇ ਜਿਹੜਾ ਲੱਗ ਕੇ ਜੋ ਵੀ ਦੀਪ ਬਾਈ ਪ੍ਰੋਗਰਾਮ ਦੇਣਗੇ ਜਾਂ ਕੁਝ ਵੀ ਆਪਾਂ ਉਹਦੇ ਫੁੱਲ ਚੜਾਵਾਂਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਰ ਐਂਬੂਲੈਂਸ ਆ। ਓਕੇ ਗੁਰਬੀਰ, ਦੀਪ ਦੇ ਨਾਲ ਜਿੰਨੀ ਗੱਲ ਕੀਤੀ ਅਸੀਂ ਤੁਹਾਡੇ ਰੂਬਰੂ ਕੀਤੀ, ਤੇ ਫਿਰ ਸੰਗਤ ਤੁਹਾਨੂੰ ਪਤਾ ਹੀ ਹੈ ਕਿ ਫੋਟੋ ਖਿਚਾਉਣ ਪਿੱਛੇ ਨੌਜਵਾਨ ਇੰਨੇ ਕੀ ਤਾਂ ਕੰਮ ਕਰਦੇ ਨੇ। ਦੀਪ ਨੂੰ ਸਾਨੂੰ ਭੇਜਣਾ ਪਿਆ, ਪਰ ਮਨਜੋਤ ਦੀ ਗੱਲ ਵਿੱਚ ਰਹਿ ਗਈ ਸੀ। ਮਨਜੋਤ ਵੀਰ ਕੀ ਕਹਿਣਾ ਚਾਹੋਗੇ, ਕੀ ਕਹਿ ਰਹੇ ਸੀ? ਉਹ ਆਪਣੀ ਗੱਲ ਪਹਿਲਾਂ ਕੰਪਲੀਟ ਕਰੋ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਦੇਖਿਆ ਹੀ ਆ ਦੀਪ ਵੀਰ ਇੱਥੇ ਆਏ ਆ, ਪਰ ਨੌਜਵਾਨਾਂ ਦਾ ਇੰਨਾ ਜਿਹੜਾ ਉਤਸ਼ਾਹ ਸੀ ਉਹਦੇ ਨਾਲ ਫੋਟੋਆਂ ਕਰਾਉਣ ਦੇ ਲਈ ਬਹੁਤ ਹਫੜਾ ਤਫੜੀ ਮਚ ਰਹੀ, ਇਸ ਕਰਕੇ ਉਹਨੂੰ ਭੇਜਣਾ ਪਿਆ ਵੀਰ ਨੂੰ। ਤੇ ਗੱਲ ਕਰ ਰਹੇ ਸੀ ਵੀਰ ਜੀ, ਪ੍ਰੀਤ ਵੀਰ ਜੀ, ਜਿਹੜੀ ਅਸੀਂ ਇਹ ਤੋਂ ਪਹਿਲਾਂ ਗੱਲ ਕਰ ਰਹੇ ਸੀ ਅਸੀਂ ਵੀ ਕਿਉਂ ਦੀਪ ਵੀਰ ਦੇ ਨਾਲ ਉਹ ਇੰਨਾ ਜਿਹੜਾ ਪੰਜਾਬ ਦੇ ਲਈ ਆਪਣੇ ਲਈ ਸਭ ਕੁਝ ਛੱਡ ਕੇ ਆ ਸ਼ੋਰਾਮ, ਜਿਹੜਾ ਥੱਲਿਓਂ ਉੱਪਰ ਜਾਣਾ ਤਾਂ ਜਾ ਹੋ ਜਾਂਦਾ, ਜਿਹੜਾ ਉੱਪਰੋਂ ਥੱਲੇ ਆਉਣਾ ਬੜਾ ਔਖਾ ਆ ਨਾ। ਆਹ ਠੰਡਾਂ ਦੇ ਦਿਨਾਂ ਦੇ ਵਿੱਚ ਇੱਕ ਤੰਬੂ ਦੇ ਵਿੱਚ ਰਹਿਣਾ, ਜਿਹਦੇ ਕੋਲ ਸਾਰਾ ਕੁਝ ਹੁੰਦੇ ਹੋਏ ਤੇ ਤੰਬੂ ਦੇ ਵਿੱਚ ਰਹਿਣਾ ਬਹੁਤ ਔਖਾ ਆ। ਉਹ ਵੀਰ ਸਾਡੇ ਲਈ ਰਹਿ ਰਿਹਾ ਆ ਨਾ, ਪੰਜਾਬ ਦੀ ਖਾਤਰ ਰਹਿ ਰਿਹਾ। ਉਹਦੇ ਵਿੱਚ ਪੰਜਾਬ ਲਈ ਦਰਦ ਆ ਵੀ ਮੈਂ ਕੁਝ ਕਰਨਾ ਆ। ਪਰ ਸਾਡੇ ਲੋਕ ਜਿਹੜੇ ਆ ਕੀ ਕਹਿ ਦਈਏ, ਕੜਮ ਚੌਧਰੀ ਕਹਿ ਦਈਏ, ਜਿਸ ਦਿਨ ਚੱਲ ਰਿਹਾ ਸੀਗਾ, ਜਿਸ ਦਿਨ 26 ਤਰੀਕ ਨੂੰ ਬੈਰੀਕੇਡ ਭੰਨੇ ਆ, ਤੇ ਕਈ ਇਹੋ ਜਿਹੇ ਆਗੂ ਸੀ ਜਿਹੜੇ ਅੱਜ ਮੋਹਰੇ ਹੋ ਬੈਠੇ ਪਏ ਆ, ਉਹ ਪਿੱਛੇ ਨੂੰ ਜਾ ਰਹੇ ਸੀਗੇ ਤੇ ਇਹ ਵੀਰ ਮੋਹਰੇ ਅੱਗੇ ਲੱਗ ਕੇ ਦਿੱਲੀ ਤੱਕ ਪਹੁੰਚਾ ਸੀਗਾ। ਤੇ ਗੱਲ ਕਿੱਥੇ ਖੜਦੀ ਆ ਵੀ ਗੱਲ ਇਸ ਚੀਜ਼ ਤੇ ਖੜਦੀ ਆ ਵੀ ਆਣ ਕੇ ਅਨਪੜ੍ਹਤਾ ਤੇ ਜਿਹੜੀ ਐਜੂਕੇਸ਼ਨ, ਇਹ ਬਹੁਤ ਵੱਡੀ ਗੱਲ ਆ। ਉਹ ਬੰਦਾ ਪੜ੍ਹਿਆ ਲਿਖਿਆ ਦਿਲੋਂ ਗੱਲ ਕਰਦਾ, ਜੋ ਮੂੰਹ ਤੇ ਆ ਉਹੀ ਦਿਲ ਦੇ ਵਿੱਚ ਆ। ਇਹ ਨਹੀਂ ਹੈਗਾ ਦਿਲ 'ਚ ਕੁਛ ਆ ਮੂੰਹ ਤੇ ਕੁਛ ਆ, ਇਹ ਲੋਕਾਂ ਦੇ ਵਿੱਚ। ਤੇ ਇਸ ਕਰਕੇ ਅਸੀਂ ਸਾਰੇ ਹੀ ਉਹਦੇ ਨਾਲ ਬਹੁਤ ਪਿਆਰ ਕਰਦੇ ਹਾਂ। ਨੌਜਵਾਨੀ ਵਰਗ ਉਹਦੇ ਨਾਲ ਬਹੁਤ ਜੁੜਿਆ ਹੋਇਆ, ਤੇ ਉਹਦੀਆਂ ਜੇ ਸਟੇਜਾਂ ਤੇ ਨਹੀਂ ਬੋਲਦਾ ਵੀਰ, ਉਹ ਇੱਦਾਂ ਆਣ ਕੇ ਜਿੱਦਾਂ ਅਸੀਂ ਉਹਦੇ ਵਿਚਾਰ ਸੁਣਦੇ ਵੀ ਰਹਿੰਦੇ, ਜਦੋਂ ਲਾਈਵ ਚਲਾਉਂਦਾ ਸੁਣਦੇ ਵੀ ਰਹਿੰਦੇ ਆ। ਤੇ ਇਸ ਕਰਕੇ ਉਹਦਾ ਸਾਥ ਜਿਹੜਾ ਅਸੀਂ ਪੂਰਾ ਦਿੰਦੇ ਰਹਾਂਗੇ। ਹਾਂਜੀ ਬਿਲਕੁਲ ਜੀ, ਬਿਲਕੁਲ। ਤੇ ਕਿਉਂਕਿ ਡੇ 1 ਤੋਂ ਜਦੋਂ ਸ਼ੰਭੂ ਮੋਰਚਾ ਲੱਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਜਦੋਂ ਵੀ ਮੌਕਾ ਮਿਲਦਾ ਹੈ ਹਰ ਚੀਜ਼ ਤੁਹਾਡੇ ਰੂਬਰੂ ਕਰਦੇ ਆਏ ਹਾਂ। ਦੀਪ ਸਿੱਧੂ ਦੇ ਨਾਲ ਜੁੜੀ ਹੋਈ ਖਾਸ ਕਰਕੇ ਇਸ ਲਈ ਹਮੇਸ਼ਾ ਮੈਂ ਗੱਲ ਕਰਦਾ, ਕਿਉਂਕਿ ਉਸ ਨੌਜਵਾਨ ਨੂੰ ਡੇ 1 ਤੋਂ ਅਸੀਂ ਦੇਖਦੇ ਆ ਰਹੇ ਹਾਂ। ਡੇ 1 ਤੋਂ ਉਸ ਦੀ ਸੱਚਾਈ ਤੇ ਇਮਾਨਦਾਰੀ ਦਾ ਸਾਨੂੰ ਕਿਸੇ ਨੂੰ ਵੀ ਸਬੂਤ ਦੇਣ ਦੀ ਲੋੜ ਨਹੀਂ ਹੈ।
ਜੋ ਇਨਸਾਨ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਕਰੋੜਾਂ ਦੀ ਪ੍ਰਾਪਰਟੀ ਸਭ ਕੁਝ ਤਿਆਗ ਕੇ ਮਿੱਟੀ ਨਾਲ ਮਿੱਟੀ ਤੁਹਾਡੇ ਕੋਲ ਆ ਕੇ ਹੋ ਰਿਹਾ ਹੈ, ਉਸ ਤੋਂ ਵੱਡੀ ਸਿਆਸਤ ਕੋਈ ਨਹੀਂ ਕਰ ਸਕਦਾ। ਜੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਬੀਜੇਪੀ ਜਾਂ ਆਰਐਸਐਸ ਦਾ ਸਿਆਸਤਦਾਨ ਹੈ ਜਾਂ ਉਹਨਾਂ ਦਾ ਪ੍ਰੋਜੈਕਟ ਕੀਤਾ, ਮੈਂ ਕਹਿੰਦਾ ਆ ਜੋ ਸਿੱਧੂ ਕਹਿ ਗਏ ਨੇ ਥੋੜੀ ਦੇਰ ਪਹਿਲਾਂ 10-15 ਇਦਾਂ ਦੇ ਹੋਰ ਅਗਰ ਪੰਜਾਬ ਨੂੰ ਮਿਲ ਜਾਣ ਤਾਂ ਸ਼ਾਇਦ ਪੰਜਾਬ ਦਾ ਬੇੜਾ ਪਾਰ ਹੋ ਜਾਵੇ। ਤੇ ਪਾਲ ਤੁਸੀਂ ਕਹੋਗੇ ਕਿ ਜੋ ਕੁਝ ਵੀ ਵਾਪਰ ਰਿਹਾ ਹੈ, ਦੀਪ ਜੋ ਕੁਝ ਬੋਲ ਕੇ ਗਿਆ ਤੇ ਨੌਜਵਾਨਾਂ ਦਾ ਜੋ ਰੁਖ ਸੀ। ਦੇਖੋ ਵੀਰ ਜੀ, ਬਹੁਤ ਸੋਹਣੀਆਂ ਵੀਰ ਦੀਆਂ ਗੱਲਾਂ ਨੇ, ਜਿਹੜੀ ਸੋਚ ਆ ਉਸ ਇਨਸਾਨ ਦੀ, ਵਾਕਈ ਵੀਰ ਦੀ ਗੱਲ ਆ, ਉਹ ਬਹੁਤ ਹੀ ਵਧੀਆ ਗੱਲਾਂ ਸੀਗੀਆਂ। ਪਰ ਆਪਣੇ ਨੌਜਵਾਨਾਂ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ। ਕਿੰਨਾ ਸੋਹਣਾ ਵਧੀਆ ਤਰੀਕੇ ਨਾਲ ਆਪਾਂ ਗੱਲ ਕਰਦੇ ਸੀ, ਇੱਕ ਫੋਟੋ ਕਰਕੇ ਆਪਾਂ ਉਹ ਜਿਹੜੀ ਵਿਚਾਰ ਹੈ ਨਾ, ਉਹ ਬਹੁਤ ਲੰਬੀ ਹੋ ਸਕਦੀ ਸੀ ਜੀ, ਉਹ ਘੰਟਾ ਵੀ ਹੋ ਸਕਦੀ ਸੀ, 2 ਘੰਟੇ ਵੀ ਹੋ ਸਕਦੀ ਸੀ। ਪਰ ਜਦੋਂ ਇਦਾਂ ਦਾ ਮਾਹੌਲ ਬਣਦਾ, ਇਹ ਕਦੇ ਕਦੇ ਬਣਦਾ ਵੀ ਆਪਣੇ ਨੌਜਵਾਨ ਜ਼ਰੂਰ ਧਿਆਨ ਦੇਣ। ਹੁੱਲੜਬਾਜੀ ਕਰਕੇ ਨਾ ਆਪਾਂ ਵੀਰ ਨੂੰ ਭੇਜਣਾ ਪਿਆ, ਜਿੱਦਾਂ ਮਨਜੋਤ ਵੀਰਾ ਦੱਸ ਰਿਹਾ ਜੀ, ਹੋ ਸਕਦਾ ਆਪਾਂ 2 ਘੰਟੇ ਹੋਰ ਗੱਲਾਂ ਸਮਝਦੇ, ਹੋਰ ਗੱਲਾਂ ਸੁਣਦੇ। ਜੇ ਕੋਈ ਮੰਨ ਲਓ ਕਿਸੇ ਦੇ ਮਨ 'ਚ ਸ਼ੰਕਾ ਹੁੰਦੀ, ਹੋ ਸਕਦਾ ਕਿਸੇ ਹੋਰ ਦੀ ਵੀ ਦੂਰ ਹੋ ਜਾਂਦੀ ਉਸ ਬੰਦੇ ਨੂੰ ਦੇਖ ਕੇ, ਕਿਉਂਕਿ ਆਪਾਂ ਲਾਈਵ ਜਦੋਂ ਦੇਖਦੇ ਨਾ ਕੁਛ ਕੁ ਗੱਲਾਂ ਦੀ ਆਪਾਂ ਨੂੰ ਪ੍ਰੂਫ ਦੀ ਲੋੜ ਨਹੀਂ ਹੁੰਦੀ, ਇਨਸਾਨ ਦੇ ਚਿਹਰੇ 'ਤੇ ਪਤਾ ਲੱਗ ਜਾਂਦਾ ਵੀ ਸੱਚ ਬੋਲਦਾ ਝੂਠ ਬੋਲਦਾ। ਬਾਕੀ ਰਹੀ ਗੱਲ ਜਥੇਬੰਦੀਆਂ ਦੀ, ਉਹ ਨਹੀਂ ਬੋਲਣ ਦੇਣਗੀਆਂ ਪਰ ਉਹਦੀ ਆਵਾਜ਼ ਨੂੰ ਨਹੀਂ ਦੱਬ ਸਕਦੇ। ਉਹ ਇਨਸਾਨ ਦੀ ਜੇ ਆਵਾਜ਼ ਦੇ ਵਿੱਚ ਸੱਚਾਈ ਆ ਨਾ, ਤਾਂ ਨੌਜਵਾਨ ਉਹਦੇ ਇੱਦਾਂ ਹੀ ਸਾਥ ਦਿੰਦਾ ਰਹੂਗਾ ਜੀ। ਬਾਕੀ ਗੁਰੂ ਸਾਹਿਬ ਕਿਰਪਾ ਕਰਨਗੇ ਜੀ, ਉਹ ਵੀ ਸਾਡੇ ਲਈ ਤੁਰਿਆ ਫਿਰਦਾ, ਅਸੀਂ ਵੀ ਕਿਸਾਨੀ ਲਈ ਤੁਰੇ ਫਿਰਦੇ ਹਾਂ, ਫਿਰ ਜਿੱਤੇ ਹੋਣੀ ਹੈ ਤਾਂ ਸਾਰੇ ਆਪਾਂ ਇਕੱਠੇ ਰਹੀਏ ਜੀ। ਬਾਕੀ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਸਾਹਿਬ ਸਾਰਿਆਂ ਦੇ ਮਿਹਰ ਭਰੇ ਹੱਥ ਰੱਖਣ ਜੀ। ਬਹੁਤ ਬਹੁਤ ਧੰਨਵਾਦ ਜੀ। ਤੇ ਲੋਹੜੀ ਅਸੀਂ ਕਾਲੇ ਕਾਨੂੰਨਾਂ ਦਾ ਅੰਤ ਕਰਕੇ ਆਪਣੇ ਵੱਲੋਂ ਮਨਾਈ ਹੈ, ਕਾਪੀਆਂ ਉਹਦੀਆਂ ਫੂਕੀਆਂ ਨੇ, ਤੁਸੀਂ ਵੇਖਿਆ ਹੈ। ਤੇ ਇਹ ਇੱਕ ਚਪੇੜ ਹੈ ਕੇਂਦਰ ਸਰਕਾਰ ਦੇ ਮੂੰਹ ਦੇ ਉੱਤੇ ਕਿ ਉਹ ਸਾਨੂੰ ਜਿੰਨੇ ਮਰਜ਼ੀ ਝਾਂਸੇ ਦੇਣ ਦੀ ਕੋਸ਼ਿਸ਼ ਕਰੇ ਸੁਪਰੀਮ ਕੋਰਟ ਦੇ ਜ਼ਰੀਏ, ਜਾਂ ਸਾਡੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਦੀਆਂ ਤਰਕੀਬਾਂ ਚੱਲਣ ਦੇ ਜ਼ਰੀਏ, ਜਾਂ ਸਾਡੇ ਨੌਜਵਾਨਾਂ ਦੇ ਵਿੱਚ ਨੌਜਵਾਨ ਕੁੜੀਆਂ ਭੇਜ ਕੇ ਉਹਨਾਂ ਨੂੰ ਕੁਰਾਹੇ ਪਾਉਣ ਦਾ ਤਰੀਕਾ ਲੱਭਣ ਦੇ ਜ਼ਰੀਏ। ਇਹ ਸਾਮ-ਦਾਮ ਦੰਡ-ਭੇਦ ਸਭ ਅਜ਼ਮਾ ਕੇ ਇਹ ਸਰਕਾਰਾਂ ਹੁਣ ਹਾਰ ਗਈਆਂ ਨੇ, ਕਿਉਂਕਿ ਇਹ ਜੋ ਕਲਾ ਉਸ ਪਰਮਾਤਮਾ ਨੇ ਆਪ ਮੁਹਾਰੇ ਆਪ ਅੰਗ ਸੰਗ ਸਹਾਈ ਹੋ ਕੇ ਵਰਤਾਈ ਹੈ, ਇਸ ਕਲਾ ਨੂੰ ਹੁਣ ਕੋਈ ਵੀ ਮੋੜਾ ਪਾ ਹੀ ਨਹੀਂ ਸਕਦਾ, ਕਿਉਂਕਿ ਆਗੂ ਜਿਹੜਾ ਮੁੱਖ ਆਗੂ ਇਸ ਕਲਾ ਦਾ ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ। ਇਸ ਲਈ ਸਰਕਾਰ ਲਈ ਚੰਗਾ ਹੋਵੇਗਾ ਆਪਣੀਆਂ ਗਲਤੀਆਂ ਮੰਨ ਲਵੇ, ਕਾਲੇ ਕਾਨੂੰਨ ਰੱਦ ਕਰੇ, ਸਵੇਰ ਹੁੰਦਿਆਂ ਹੀ ਇਹਨਾਂ ਕਿਸਾਨਾਂ ਨੂੰ ਹੱਸਦਿਆਂ ਖੇਡਦਿਆਂ ਵਾਪਸ ਜਾਣ ਲਈ ਕਿਹਾ ਜਾਵੇ, ਭਾਰਤ ਕਰਕੇ ਨੋਟੀਫਿਕੇਸ਼ਨ ਜਾਰੀ ਕੀਤੀ ਜਾਵੇ ਕਿ ਕਾਨੂੰਨ ਸਿਰੇ ਤੋਂ ਰੱਦ ਕਰ ਦਿੱਤੇ ਗਏ ਨੇ। ਪਰ ਅਗਰ ਨਹੀਂ ਕਰਦੇ ਤਾਂ ਤੁਸੀਂ ਇਹ ਸੋਚ ਲਿਓ ਕਿ ਇੱਧਰ ਹੁਣ ਮੈਂ ਦਿਖਾਈਆਂ ਸੀ ਕੰਧਾਂ ਪੱਕੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ, ਤੇ ਉਹ ਕੰਧਾਂ ਉੱਚੀਆਂ ਕਦੋਂ ਹੋਣੀਆਂ ਨੇ, ਲੈਂਟਰ ਕਦੋਂ ਪੈਣੇ ਨੇ, ਉਹ ਵੀ ਤੁਹਾਨੂੰ ਨਹੀਂ ਪਤਾ ਲੱਗਣਾ। ਕਿਉਂਕਿ ਅਗਰ ਤੁਸੀਂ ਕੋਂਡਲੀ ਤੇ ਸਿੰਘੂ ਵੱਲ ਜਾਓਗੇ ਜਾਂ ਤਿੱਕਰੀ ਜੇ ਵੀ ਕਈ ਥਾਵਾਂ 'ਤੇ ਦੇਖਿਆ ਪੱਕੇ ਸ਼ੈੱਡ ਪੈ ਗਏ ਆ ਤੇ ਕੰਧਾਂ ਥੱਲਿਓਂ ਚੱਕਣੀਆਂ ਸ਼ੁਰੂ ਹੋ ਗਈਆਂ ਆ। ਖੇਤੀਬਾੜੀ ਉਰੇ ਕਰਨੀ ਸ਼ੁਰੂ ਕਰਤੀ। ਇੱਕ ਥਾਂ ਦੇ ਉੱਤੇ ਸਿੰਘਾਂ ਨੇ ਪੋਸਟ ਵੀ ਬੀਜੀ ਆ, ਉਹ ਦਿਖਾਉਣ ਵਾਸਤੇ ਹੀ ਬੀਜੀ ਆ ਤੁਹਾਨੂੰ ਕਿ ਅਸੀਂ ਖੇਤੀਬਾੜੀ ਨਹੀਂ ਛੱਡਦੇ, ਸਾਰਾ ਕੁਝ ਚੱਲੂਗਾ। ਤੁਸੀਂ ਆਪ ਸੰਭਲ ਜੋ, ਨਹੀਂ ਸੰਭਲੋਗੇ ਸਾਨੂੰ ਸਮਝਾਉਣਾ ਆਉਂਦਾ ਆ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਇੱਕ ਵਾਰ ਫਿਰ ਤੋਂ ਗੁਰਬਾਣੀ ਅਖੰਡ ਬਾਣੀ ਵੱਲੋਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੋਹੜੀ ਦੀ ਗੱਲ ਚੱਲਦੀ ਆ। ਲੋਹੜੀ ਅੱਜ ਅਸੀਂ ਸੰਘਰਸ਼ ਦੇ ਵਿੱਚ ਆ ਜਿਹੜੇ ਅਸੀਂ ਪੱਕਿਆਂ ਮਕਾਨਾਂ ਦੇ ਵਿੱਚ ਰਹਿਣ ਵਾਲੇ, ਹੀਟਰਾਂ ਦੇ ਵਿੱਚ ਰਹਿਣ ਵਾਲੇ ਸੀ, ਗਰਮ ਪਾਣੀਆਂ ਦੇ ਨਾਲ ਸਵੇਰੇ ਤੜਕੇ ਉੱਠ ਕੇ ਨਹਾਉਂਦੇ ਸੀ। ਅੱਜ ਮਤਲਬ ਠੰਡੇ ਪਾਣੀ ਦੇ ਵਿੱਚ ਨਹਾਉਂਦੇ ਆ। ਤਾਂ ਮੈਂ ਉੱਥੇ ਇੱਕ ਆਪਣੇ ਵੀਰ ਜੀ ਨੂੰ ਦੱਸਿਆ ਸੀ ਲੋਹੜੀ ਵਾਲੀ ਰਾਤ ਲੋਕੀ ਵੰਡਦੇ ਨੇ ਰਿਓੜੀਆਂ, ਸਾਡੀ ਕਾਹਦੀ ਲੋਹੜੀ ਅੱਖਾਂ ਸੱਜਣਾ ਨੇ ਮੋੜੀਆਂ। ਸਾਡੀ ਜਿਹੜੀ ਸਰਕਾਰ ਆ ਔਰ ਸਾਡੀ ਕਿਸਾਨੀ ਦੇ ਨਾਲ ਜਿਹੜੀ ਆ ਬਹੁਤ ਬੁਰੀ ਤਰ੍ਹਾਂ ਅੱਖਾਂ ਮੋੜੀਆਂ ਆ, ਜਿਨ੍ਹਾਂ ਨੂੰ ਅਸੀਂ ਅਜੇ ਤਾਈਂ ਮਤਲਬ ਜਿਹੜਾ ਲੋਹੜੀ ਖੁਸ਼ੀ ਦੀ ਨਹੀਂ, ਲੋਹੜੀ ਦੀ ਗਮੀ ਦੀ ਵਜ੍ਹਾ ਮਨਾ ਰਹੇ ਹਾਂ। ਲੋਹੜੀ ਦੀਆਂ ਵਧਾਈਆਂ ਤਾਂ ਤੁਸੀਂ ਵੀ ਦਿੱਤੀਆਂ, ਮੈਂ ਇਸ ਗੱਲ ਨੂੰ ਜਿਹੜੀ ਆ ਮੈਂ ਤਾਂ ਇਸ ਗੱਲ ਨੂੰ ਰਿਜੈਕਟ ਕਰਦਾ, ਕਿਉਂਕਿ ਜਿਹੜੀਆਂ ਖੁਸ਼ੀ ਦੀਆਂ ਹੁੰਦੀਆਂ ਵਧਾਈਆਂ ਤਾਂ ਅੱਜ ਸਾਡੀਆਂ ਵਧਾਈਆਂ ਖੁਸ਼ੀ ਸਾਡੀ ਕਿਹੜੀ ਹੈ ਜੀ, ਜਿਹੜੀ ਅਸੀਂ ਆ ਜਿਹੜੇ ਸੰਘਰਸ਼ ਕਰ ਰਹੇ ਹਾਂ। ਜਿਹੜੇ ਪਹਿਲੇ ਸਾਡੇ ਵੀਰ ਦੀਪ ਸਿੱਧੂ ਜੀ ਸਾਡੇ ਕੋਲ ਹੋ ਕੇ ਗਏ ਆ, ਤਾਂ ਉਹ ਸਾਡੇ ਇਸ ਤੰਬੂ ਦੇ ਵਿੱਚ ਜਿੱਥੇ ਚੂਹੇ ਨੱਚਦੇ ਆ ਤੇ ਰਾਤਾਂ ਨੂੰ ਅਸੀਂ ਜਿਹੜਾ ਉੱਥੇ ਜਿਹੜੀ ਜਗ੍ਹਾ ਦੇ ਵਿੱਚ ਰਹਿੰਦੇ ਆ, ਸਾਡੇ ਕੋਲ ਭਈਏ ਰਹਿੰਦੇ, ਤਾਂ ਮੈਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਵੀ ਜਿੱਥੇ ਅੱਜ ਰਾਤ ਰਹਿ ਰਹੇ ਆ ਤੇ ਇਹਨਾਂ ਦੇ ਕੋਲ ਇੱਥੇ ਸੱਪ ਲੜ ਜੂਗਾ ਤੇ ਆਹ ਹੋ ਜੂਗਾ। ਮੈਂ ਖੁਦ ਇਹਨਾਂ ਉਸ ਸਮੇਂ ਦੇ ਵਿੱਚ ਅੱਜ ਆਪ ਖੁਦ ਰਹਿ ਰਿਹਾ। ਜਿਹੜੇ ਸਾਡੇ ਹੋਰ ਵੀਰ ਆ, ਸਾਰੇ ਕਿਸਾਨ ਆ, ਜਿਹੜੇ ਵੀਰ ਆ ਆੜਤੀ ਆ, ਇਹਨਾਂ ਦੀ ਪੈਸਟੀਸਾਈਡ ਦੀ ਦੁਕਾਨ ਆ,
ਇਹ ਵੀ ਉਸ ਮਤਲਬ ਇਸ ਸੰਘਰਸ਼ ਦੇ ਵਿੱਚ ਰਹਿ ਰਹੇ ਆ। ਇਹ ਨਹੀਂ, ਇਹ ਤਾਂ ਸਾਡੇ ਤੋਂ ਬਹੁਤ ਵੱਡੇ ਵੱਡੇ ਜਿਹੜੇ ਆ ਕਿਸਾਨ ਜਿਨ੍ਹਾਂ ਨੂੰ ਅੱਜ ਸਰਕਾਰ ਅਨਪੜ੍ਹ ਦੱਸਦੀ ਆ, ਅਸੀਂ ਉਹ ਕਿਸਾਨ ਜਿਹੜੇ ਪੜ੍ਹੇ ਲਿਖੇ ਅੱਜ ਸਾਨੂੰ ਜਿਹੜੇ ਕਾਨੂੰਨਾਂ ਨੂੰ ਅਸੀਂ 2 ਮਹੀਨੇ ਜਿਹੜਾ ਪਹਿਲਾਂ ਸਟੱਡੀ ਕੀਤਾ, 1.5 ਮਹੀਨਾ ਸਾਨੂੰ ਹੁਣ ਸਟੱਡੀ ਕਰਦਿਆਂ ਨੂੰ ਹੋ ਗਿਆ। ਅਸੀਂ ਤੇ ਇੱਕ ਅੱਖਰ ਤੋਂ ਵਾਕਫ ਜਿਹੜੇ ਹੋ ਗਏ ਆ। ਅਸੀਂ ਜਿਹੜੇ IAS ਅਫਸਰ ਆ ਉਹਨਾਂ ਦੇ ਨਾਲ ਜਿਹੜੀ ਗੱਲ ਮਤਲਬ ਹੁਣ ਕਰ ਸਕਦੇ ਆ। ਤੇ ਇਸ ਕਰਕੇ ਸਾਡੀ ਜਿਹੜੀ ਲੋਹੜੀ ਦੀ ਤੁਸੀਂ ਗੱਲ ਕੀਤੀ ਆ, ਇਹ ਲੋਹੜੀ ਮੈਂ ਤੁਹਾਨੂੰ ਇਹ ਦੱਸਿਆ ਵੀ ਸਾਡੀ ਲੋਹੜੀ ਅੱਜ ਖੁਸ਼ੀ ਦੀ ਨਹੀਂ ਗਮੀ ਦੀ ਆ। ਇਹ ਸੜਕਾਂ ਦੇ ਉੱਤੇ ਜਿੱਥੇ ਅਸੀਂ ਸੁੱਤੇ ਹਾਂ, ਜਿੱਥੇ ਅਸੀਂ ਰਹਿ ਰਹੇ ਹਾਂ, ਮੀਂਹਾਂ ਦੇ ਵਿੱਚ ਰਹਿ ਰਹੇ, ਕੱਕਰ ਦੇ ਵਿੱਚ ਰਹਿ ਰਹੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਕਿਸੇ ਦੀਆਂ ਆਪਣੀਆਂ ਭਾਵਨਾਵਾਂ ਨੇ, ਹਰ ਕਿਸੇ ਦੀਆਂ ਆਪਣੀਆਂ ਫੀਲਿੰਗਸ ਨੇ। ਬਾਪੂ ਨੇ ਜਿੱਦਾਂ ਕਿਹਾ ਕਿ ਅਸੀਂ ਖੁਸ਼ੀ ਦੀ ਨਹੀਂ ਗਮੀ ਦੀ ਲੋਹੜੀ ਮਨਾ ਰਹੇ ਹਾਂ, ਪਰ ਸਾਨੂੰ ਉਸ ਵਾਹਿਗੁਰੂ ਨੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਹੁਕਮ ਦਿੱਤਾ ਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਿੰਦੇ ਹਾਂ। ਛੋਟੇ ਛੋਟੇ ਸਾਹਿਬਜ਼ਾਦੇ ਜਦ ਨੀਹਾਂ ਵਿੱਚ ਚਿਣਾਏ ਗਏ ਸੀ, ਠੰਡੀਆਂ ਪੋਹ ਰਾਤਾਂ ਦੇ ਵਿੱਚ ਜਦੋਂ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਰਾਤਾਂ ਬਿਤਾਈਆਂ ਸੀ, ਤਾਂ ਵੀ ਕਦੇ ਉਹ ਢਹਿੰਦੀ ਕਲਾ ਦੇ ਵਿੱਚ ਨਹੀਂ ਗਏ। ਪਰ ਹਾਂ, ਦਰਦ ਹੁੰਦਾ ਹੈ ਜਦੋਂ ਇੰਨੇ ਸਾਲਾਂ ਬਾਅਦ ਇੱਕ ਵਾਰ ਮੁੜ ਉਹੀ ਜ਼ਾਲਮ ਹਕੂਮਤ ਹੋਵੇ ਤੇ ਔਲਾਦਾਂ ਉਸੇ ਗੁਰੂ ਦੀਆਂ ਸੜਕਾਂ ਉੱਤੇ ਆਈਆਂ ਹੋਣ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ। ਸਭ ਤੋਂ ਪਹਿਲਾਂ ਮੈਂ ਲੋਹੜੀ ਦੀ ਵਧਾਈ ਵੀ ਦੇਣਾ, ਪਰ ਸਾਡੇ ਸਰਦਾਰ ਅਵਤਾਰ ਸਿੰਘ ਜੀ ਦੇ ਕਹਿਣ ਮੁਤਾਬਕ ਵੀ ਇਹ ਜਿਹੜੀ ਲੋਹੜੀ ਆ ਇਹ ਖੁਸ਼ੀਆਂ ਭਰੀ ਨਹੀਂ ਹੈ, ਕਿਉਂਕਿ ਅਸੀਂ ਇਹ ਜਿਹੜੀ ਲੋਹੜੀ ਘਰਾਂ 'ਚ ਬੜੇ ਪਰਿਵਾਰ ਦੇ ਨਾਲ ਮਨਾਉਂਦੇ ਸਾਂ। ਅੱਜ ਸਾਨੂੰ ਇਹ ਦਿੱਲੀ ਟਿਕਰੀ ਬਾਰਡਰ ਤੇ ਜਾਂ ਹਰੇਕ ਬਾਰਡਰਾਂ ਦੇ ਉੱਤੇ ਆਣ ਕੇ ਇਹ ਲੋਹੜੀ ਮਨਾਉਣੀ ਪੈ ਰਹੀ ਆ। ਤੇ ਮੈਂ 2 ਲਾਈਨਾਂ ਇਹਦੇ ਬਾਰੇ ਬੋਲ ਰਿਹਾ ਹਾਂ। ਆਖੋ ਮੁੰਡਿਓ ਮੋਰ ਹੈ ਚੌਂਕੀਦਾਰ ਚੋਰ ਹੈ, ਚੌਂਕੀਦਾਰ ਚੋਰ ਹੈ। ਦੇਸ਼ ਲੁੱਟ ਖਾ ਗਿਆ, ਪਤਾ ਨਹੀਂ ਕਿੱਥੋਂ ਆ ਗਿਆ। ਅਡਾਨੀਆਂ ਦਾ ਯਾਰ ਹੈ, ਦੇਸ਼ ਦਾ ਗਦਾਰ ਹੈ। ਬਾਰਡਰ ਤੇ ਜਵਾਨ ਹੈ, ਧਰਨੇ 'ਚ ਕਿਸਾਨ ਹੈ। ਵੱਡੇ ਵੱਡੇ ਜੇਰੇ ਨੇ ਤੇ ਟਰਾਲੀਆਂ 'ਚ ਡੇਰੇ ਨੇ। ਠੰਡ ਧੁੰਦ ਸਹਿਣਗੇ ਤੇ ਹੱਕ ਲੈ ਕੇ ਰਹਿਣਗੇ। ਠੰਡ ਧੁੰਦ ਸਹਿਣਗੇ ਤੇ ਹੱਕ ਲੈ ਕੇ ਰਹਿਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਜਿੱਥੇ ਦੁੱਲਾ ਭੱਟੀ ਨੂੰ ਜਾਂ ਸੁੰਦਰ ਮੁੰਦਰੀ ਨੂੰ ਯਾਦ ਕਰਦੇ ਹਾਂ, ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ, ਉੱਥੇ ਹੀ ਦੂਸਰੇ ਪਾਸੇ ਸਾਨੂੰ ਹਰ ਤਿਉਹਾਰ, ਚਾਹੇ ਹਿੰਦੂ ਧਰਮ ਦਾ ਹੋਵੇ, ਮੁਸਲਮਾਨ ਧਰਮ ਦਾ ਹੋਵੇ, ਸਿੱਖ ਦਾ ਹੋਵੇ, ਈਸਾਈ ਦਾ ਹੋਵੇ, ਬੋਧੀ ਦਾ ਹੋਵੇ, ਜੈਨੀ ਦਾ ਹੋਵੇ, ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਕਿਹੜੇ ਸਿਆਸਤਦਾਨ ਸੀ। ਉਹ ਕੜੇ ਘਟੀਆ ਲੋਕ ਸੀ ਜਿਨ੍ਹਾਂ ਨੇ ਧਰਮਾਂ ਦੀ ਸਿਆਸਤ ਕਰਕੇ ਸਾਨੂੰ ਲੜਾਇਆ, ਸਾਡੀਆਂ ਲਾਸ਼ਾਂ ਤੇ ਰੋਟੀਆਂ ਸੇਕ ਕੇ ਆਪਣਾ ਸਿਆਸੀ ਲਾਹਾ ਲਿਆ। ਜੇ ਹਰ ਧਰਮ, ਹਰ ਵਰਗ ਅਜਿਹੇ ਘਟੀਆ ਬੰਦਿਆਂ ਨੂੰ ਸਿਆਸਤ ਤੋਂ ਦਰਕਿਨਾਰ ਕਰ ਦੇਵੇ ਨਾ, ਤਾਂ ਫਿਰ ਸ਼ਾਇਦ ਇਸ ਤਰੀਕੇ ਸਾਡੇ ਬਜ਼ੁਰਗਾਂ ਨੂੰ, ਸਾਡੇ ਬੱਚਿਆਂ ਨੂੰ ਕਦੇ ਸੜਕਾਂ ਉੱਤੇ ਧਰਨੇ, ਰੋਸ਼ ਮੁਜ਼ਾਹਰੇ ਕਰਨੇ ਹੀ ਨਾ ਪੈਣ। ਅੰਤ ਦੇ ਵਿੱਚ ਇਹੀ ਕਹਾਂਗਾ, ਅਕਾਲੀ ਦਲ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਹੋਵੇ ਜਾਂ ਭਾਜਪਾ ਹੋਵੇ ਜਾਂ ਝਾੜੂ ਹੋਵੇ, ਇਹ ਉਹ ਸਰਕਾਰਾਂ ਨੇ ਜੋ ਆਪਣੇ ਸਿਆਸੀ ਲਾਹੇ ਵਾਸਤੇ ਕਿਸੇ ਦੀਆਂ ਵੀ ਲਾਸ਼ਾਂ ਦਾ ਬਾਲਣ ਬਣਾ ਕੇ ਆਪਣੀਆਂ ਭੱਠੀਆਂ ਤਪਾ ਸਕਦੀਆਂ ਨੇ। ਇਸ ਲਈ ਹੁਣ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ ਤੇ ਸਾਡੇ ਕਿਸਾਨ ਆਗੂਆਂ ਦਾ ਫਰਜ਼ ਬਣਦਾ ਹੈ ਕਿ ਇਹਦੇ ਵਿੱਚੋਂ ਇੱਕ ਨਵੀਂ ਖੇਤਰੀ ਪਾਰਟੀ ਉਭਾਰੀ ਜਾਵੇ। ਦੀਪ ਸਿੱਧੂ ਵਰਗੇ ਨੌਜਵਾਨਾਂ ਨੂੰ ਅੱਗੇ ਲਾਇਆ ਜਾਵੇ। ਬੇਸ਼ੱਕ ਉਹ ਅੱਜ ਨਹੀਂ ਮੰਨਦੇ, ਪਰ ਇਸ ਮੋਰਚੇ ਦੀ ਜਿੱਤ ਤੋਂ ਬਾਅਦ ਅਸੀਂ ਮੰਨਦੇ ਹਾਂ ਕਿ ਸਾਡੇ ਚੰਗੇ ਨੌਜਵਾਨ ਅੱਗੇ ਜ਼ਰੂਰ ਆਉਣਗੇ ਇਸ ਗੰਦੀ ਸਿਆਸਤ ਨੂੰ ਸਾਫ਼ ਕਰਨ ਵਾਸਤੇ। ਇਹ ਦਿੱਲੀ ਦੀ ਹਿੱਕ ਤੇ ਗੋਡਾ ਧਰ ਕੇ ਉਹਨਾਂ ਨੂੰ ਝੁਕਾ ਸਕਦੇ ਹਾਂ, ਲਕੀਰਾਂ ਕਢਾ ਸਕਦੇ ਹਾਂ, ਤਾਂ ਇਹ ਗੰਦੀ ਸਿਆਸਤ ਨੂੰ ਵੀ ਅਸੀਂ ਪੰਜਾਬ ਤੋਂ ਦਰਕਿਨਾਰ ਲਿਆ ਸਕਦੇ ਹਾਂ ਤੇ ਚੰਗੇ ਸਿਆਸਤਦਾਨ ਪੰਜਾਬ ਦੀ ਸਿਆਸਤ 'ਚ ਬਿਠਾ ਸਕਦੇ ਹਾਂ ਤੇ ਕੇਸਰੀ ਝੰਡੇ ਪੂਰੇ ਭਾਰਤ ਵਿੱਚ ਚਲਾ ਸਕਦੇ ਹਾਂ। ਇੰਨੇ ਕੀ ਬੇਨਤੀਆਂ ਪ੍ਰਵਾਨ ਕਰਨਾ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਸਕਦੇ ਹੋ। ਹੋਰ ਕਿਸੇ ਦੀਆਂ ਕੋਈ ਭਾਵਨਾਵਾਂ ਅੰਦਰ ਰਹਿ ਗਈਆਂ ਹੋਣ, ਕੋਈ ਕੁਝ ਕਹਿਣਾ ਚਾਹੁੰਦਾ ਹੈ ਤਾਂ ਦੱਸ ਦਿਓ। ਵਾਈਂਡ ਅਪ ਕਰ ਰਹੇ ਹਾਂ। ਨਹੀਂ ਜੀ, ਤੁਸੀਂ ਕੁਝ ਕਰੋ। ਅਸੀਂ ਤਾਂ ਇਹੀ ਜਾਣਿਆ ਜੀ, ਅਸੀਂ ਵੀ ਬੜੇ ਚਾਵਾਂ ਨਾਲ ਲੋਹੜੀ ਮਨਾਉਣੀ ਸੀ ਪੰਜਾਬ 'ਚ, ਤੇ ਇਸ ਜ਼ਾਲਮ ਸਰਕਾਰ ਨੇ ਸਾਨੂੰ ਸੜਕਾਂ 'ਤੇ ਲੋਹੜੀ ਮਨਾਉਣ ਵਾਸਤੇ ਮਜਬੂਰ ਕਰਤਾ। ਤੇ ਇਸ ਦਾ ਹੀ ਕਾਲੇ ਕਾਨੂੰਨਾਂ ਦਾ ਵੀ ਅਸੀਂ ਇਹਨੇ ਵੀ ਛੇਤੀ ਤੋਂ ਛੇਤੀ ਰੱਦ ਕਰੇ, ਅਸੀਂ ਆਪਦੇ ਘਰਾਂ ਨੂੰ ਜਾਈਏ, ਆਪਦੇ ਪਰਿਵਾਰਾਂ 'ਚ ਬੈਠੀਏ ਆਰਾਮ ਨਾਲ ਜੀ। ਤੁਸੀਂ ਧੰਨਵਾਦ। ਬਸ ਚਲੋ ਜੀ, ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।